ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮੈਡਮ ਆਸ਼ਿਮਾ ਸਹਾਨੀ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ ਇੱਕ ਰਿਨਾਊਂਡ ਕਾਲਜ ਦੇ ਵਿੱਚ ਐਂਡ ਪੋਲੀਟੀਕਲ ਇੰਟਰਨੈਸ਼ਨਲ ਮੈਟਰਸ ਦੇ ਐਕਸਪਰਟ ਨੇ। ਬਹੁਤ ਬਹੁਤ ਸਵਾਗਤ ਤੁਹਾਡਾ NRI ਵਰਡ ਦੇ ਵਿੱਚ। ਥੈਂਕ ਯੂ। ਸੋ ਅਮਰੀਕਾ ਬੀਇੰਗ ਦ ਸੁਪਰ ਪਾਵਰ, ਹੁਣ ਮੋਦੀ ਸਾਹਿਬ ਜਾ ਰਹੇ ਨੇ ਮਿਲਣ ਵਾਸਤੇ ਬਾਈਡਨ ਸਾਹਿਬ ਨੂੰ ਇਸ ਮਹੀਨੇ ਦੇ ਐਂਡ ਦੇ ਵਿੱਚ, ਔਰ ਬੜੀਆਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ। ਭਾਰਤ ਦੇ ਵਿੱਚ ਵੀ ਬਹੁਤ ਪਬਲਿਸਿਟੀ ਹੋ ਰਹੀ ਹੈ ਔਰ ਅਮਰੀਕਾ ਦੇ ਵਿੱਚ ਵੀ ਕੁਝ ਨਾ ਕੁਝ ਅਜਿਹੀ ਤਿਆਰੀ ਚੱਲ ਰਹੀ ਹੈ ਕਿ ਉਹਨਾਂ ਦਾ ਸਵਾਗਤ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਮੈਟਰਸ ਡਿਸਕਸ ਕਰਨੇ ਨੇ। ਡਿਪਲੋਮੈਟਸ ਦੋਵਾਂ ਮੁਲਕਾਂ ਦੇ ਜੋ ਇੱਕੋ ਅਹੁਦੇ ਦੇ ਨੇ ਉਹ ਆਪਸ ਦੇ ਵਿੱਚ ਮੀਟਿੰਗਸ ਕਰ ਰਹੇ ਨੇ ਕਿ ਕਿੰਨਾ ਮੁੱਦਿਆਂ ਦੇ ਉੱਤੇ ਡਿਸਕਸ਼ਨਸ ਹੋ ਸਕਦੀ ਹੈ। ਸੋ ਬੇਸਿਕਲੀ ਸਟ੍ਰੈਟਜੀ ਦੀ ਆਪਾਂ ਗੱਲ ਕਰਾਂਗੇ, ਬੇਸਿਕਲੀ ਇਕਨੋਮਿਕਸ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਇਹ ਦੋਵੇਂ ਚੀਜ਼ਾਂ ਮੁੱਦਾ ਰਹਿਣਗੀਆਂ। ਨਾਲ ਅਸੀਂ ਗੱਲ ਕਰਦੇ ਹਾਂ ਇਹ ਚੀਜ਼ ਦੇਖ ਕੇ ਕਿ ਕਿਸੇ ਟਾਈਮ ਪੋਲੀਟੀਕਲ ਮੁੱਦੇ ਹੁੰਦੇ ਸੀ, ਸੋਸ਼ਲ ਮੁੱਦੇ ਹੁੰਦੇ ਸੀ, ਅੱਜ ਸਾਰੇ ਮੁੱਦੇ ਸਿਮਟ ਕੇ ਇਕਨੋਮਿਕ ਹੋ ਗਏ ਨੇ ਕਿ ਜੇਬ ਦੇ ਵਿੱਚ ਪੈਸੇ ਹੈ ਤਾਂ ਹੀ ਤੁਸੀਂ ਗੱਲ ਕਰ ਸਕਦੇ ਹੋ, ਨਹੀਂ ਤੇ ਸਾਰੀਆਂ ਪਲੈਨਿੰਗਸ, ਸਾਰੇ ਆਈਡੀਆਜ਼, ਉਹਨਾਂ ਦਾ ਕੋਈ ਵੈਲਿਊ ਨਹੀਂ ਹੈ ਜੇ ਤੁਸੀਂ ਉਹਨਾਂ ਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ। ਸੋ ਇਨਵੈਸਟਮੈਂਟ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਹੀ ਇਹ ਵਿਜ਼ਿਟ ਹੈ। ਔਰ ਨਾਲ ਅਸੀਂ ਦੇਖਾਂਗੇ ਸਿਕਿਉਰਿਟੀ ਦੀ ਵੀ ਗੱਲ ਕਰਨੇ ਹੈ, ਇੰਟਰਨਲ ਐਂਡ ਐਕਸਟਰਨਲ ਸਿਕਿਉਰਿਟੀ ਜੋ ਇੰਟਰਨੈਸ਼ਨਲ ਲੈਵਲ 'ਤੇ ਹੈ ਕਿ ਜੋ ਥ੍ਰੈਟ ਹੈ ਸਾਨੂੰ ਸਾਰਿਆਂ ਨੂੰ ਟੈਰਰਿਜ਼ਮ ਤੋਂ। ਨਾਲ ਅਸੀਂ ਗੱਲ ਕਰਨੀ ਹੈ ਕਿ ਦੁਨੀਆ ਦੇ ਵਿੱਚ ਸ਼ਾਂਤੀ ਕਿਵੇਂ ਹੋ ਸਕਦੀ ਹੈ, ਵਾਰਸ ਤੋਂ ਕਿਵੇਂ ਬਚਿਆ ਜਾ ਸਕਦਾ, ਕਿਉਂਕਿ ਜੋ ਵਾਰਸ ਦੇ ਉੱਤੇ ਖਰਚੇ ਹੁੰਦੇ ਨੇ ਉਹ ਖਰਚਾ ਹਿਊਮਨ ਵੈਲਫੇਅਰ ਦੇ ਉੱਤੇ ਹੋਣਾ ਚਾਹੀਦਾ ਤਾਂ ਬਹੁਤ ਵਧੀਆ ਹੈ। ਐਨਵਾਇਰਨਮੈਂਟ ਦੀ ਗੱਲ ਤਾਂ ਹਮੇਸ਼ਾ ਹੀ ਹੁੰਦੀ ਹੈ। ਸੋ ਨਾਲ ਗੱਲ ਹੋਏਗੀ ਕਿ ਇਕਨੋਮੀ ਕਿੱਦਾਂ ਸੰਭਲੇ, ਕਿਉਂਕਿ ਅਮਰੀਕਾ ਦਾ ਅਸੀਂ ਦੇਖ ਚੁੱਕੇ ਹਾਂ ਇਸ ਵਕਤ ਜੋ ਇਕਨੋਮਿਕ ਪੋਜੀਸ਼ਨ ਹੈ ਉਹਨਾਂ ਦੀ ਇਕਨੋਮੀ ਦੇ ਉੱਤੇ ਬਹੁਤ ਅਸਰ ਪਿਆ ਹੈ ਕੋਵਿਡ ਕਰਕੇ, ਔਰ ਸਭ ਤੋਂ ਜ਼ਿਆਦਾ ਉਹਨਾਂ ਦੀਆਂ ਜਾਨਾਂ ਵੀ ਗਈਆਂ ਨੇ ਉੱਥੇ ਕੋਵਿਡ ਕਰਕੇ। ਔਰ ਉਸ ਤੋਂ ਬਾਅਦ ਇਕਨੋਮੀ ਇਸ ਤਰ੍ਹਾਂ ਹਿੱਲੀ ਕਿ ਬੈਂਕਸ ਵੀ ਬੰਦ ਹੋਏ ਔਰ ਹੁਣ ਜਾ ਕੇ ਉਹ ਡੈਥ ਸੀਲਿੰਗ ਜਿਹੜੀ ਹੈ, ਕਰਜ਼ੇ ਦੀ ਜਿਹੜੀ ਲਿਮਿਟ ਹੈ, ਡੈਟ ਸੀਲਿੰਗ ਵਧਾ ਦਿੱਤੀ ਗਈ ਹੈ। ਇਸ ਕਰਕੇ ਇਕਨੋਮੀ ਜੋ ਬਚੀ ਹੈ ਅਮਰੀਕਾ ਦੀ, ਬਾਈਡਨ ਸਾਹਿਬ ਇਸ ਨੂੰ ਲੈ ਕੇ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ। ਸੋ ਇਹ ਸਾਰੀਆਂ ਕੰਡੀਸ਼ਨਸ ਸਾਡੇ ਸਾਹਮਣੇ ਨੇ ਔਰ ਇਹਨਾਂ ਦੇ ਉੱਤੇ ਹੀ ਸਾਰੀਆਂ ਡਿਸਕਸ਼ਨਸ ਹੋਣੀਆਂ ਨੇ ਜੋ ਵੀ ਡਿਵੈਲਪਮੈਂਟਸ ਹੋਣਗੀਆਂ, ਔਰ ਪੂਰੀ ਦੁਨੀਆ ਦੀ ਨਜ਼ਰ ਇਸ ਦੇ ਉੱਤੇ ਹੈ ਕਿ ਇਸ ਦਾ ਆਊਟਕਮ ਕੀ ਹੋਏਗਾ। ਆਪਾਂ ਨਾਲ ਗੱਲ ਕਰਾਂਗੇ ਰਸ਼ੀਆ ਦੀ ਵੀ, ਨਾਲ ਗੱਲ ਕਰਾਂਗੇ ਚਾਈਨਾ ਦੀ ਵੀ, ਪਰ ਬੇਸਿਕਲੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਜੋ ਇਹ ਵਿਜ਼ਿਟ ਹੋਣ ਜਾ ਰਹੀ ਹੈ, ਆਫੀਸ਼ੀਅਲ ਵਿਜ਼ਿਟ ਪ੍ਰਾਈਮ ਮਿਨਿਸਟਰ ਮੋਦੀ ਇਸ ਮਹੀਨੇ ਦੇ ਐਂਡ ਵਿੱਚ ਜਾ ਰਹੇ ਨੇ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ? ਸਭ ਤੋਂ ਪਹਿਲੇ ਤਾਂ ਸ਼ਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸੰਜੀਵ ਜੀ ਤੁਹਾਡਾ ਸ਼ੁਕਰੀਆ ਮੈਨੂੰ ਇਸ ਪ੍ਰੋਗਰਾਮ 'ਚ ਬੁਲਾਉਣ ਲਈ। ਆਰ ਪਲੇਜ਼ਰ। ਵੈਲ, ਤੁਸੀਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਅੱਜ ਤੁਸੀਂ ਸ਼ੁਰੂ ਕੀਤਾ ਹੈ ਕਿ ਜਿਹੜੀ ਸਾਡੀ ਅਪਕਮਿੰਗ ਵਿਜ਼ਿਟ ਹੈ ਪ੍ਰਾਈਮ ਮਿਨਿਸਟਰ ਮੋਦੀ ਦੀ, ਉਸ ਦਾ ਕੀ ਇੰਪੈਕਟ ਹੋਏਗਾ। ਐਕਚੁਅਲੀ ਜੇ ਅਸੀਂ ਇਹਨੂੰ ਐਨਾਲਿਟੀਕਲੀ ਦੇਖੀਏ ਤਾਂ US ਇਜ਼ ਸੁਪਰ ਪਾਵਰ, ਠੀਕ ਹੈ, ਐਂਡ ਦੈਨ ਵੀ ਹੈਵ ਚਾਈਨਾ ਜਿਹੜਾ ਆਲਮੋਸਟ ਨੰਬਰ 2 ਤੇ ਆਈ ਹੈ, ਐਂਡ ਦ ਥਰਡ ਇਮਰਜਿੰਗ ਪਾਵਰ ਇਜ਼ ਇੰਡੀਆ, ਜਿਹਨੂੰ ਕਿ ਅਜੇ ਮਤਲਬ ਉਹ ਇਮਰਜ ਹੋ ਨਹੀਂ ਗਿਆ ਬਟ ਇਟਸ ਮੇਕਿੰਗ ਸਾਰੇ ਨਾ ਰਸਤੇ ਕਲੀਅਰ ਹੋ ਰਹੇ। ਇਟਸ ਆਲਮੋਸਟ ਅ ਥਰਡ ਪਾਵਰ ਨਾਓ। First is US, second is China, Yes. and third is India. India is emerging as a superpower. Yes. ਔਰ ਮਜ਼ੇਦਾਰ ਗੱਲ ਇਹ ਹੈ ਕਿ ਪਹਿਲੇ ਦੇਖੋ ਅਫੇਅਰ ਸੀਗਾ ਅਮਰੀਕਾ ਤੇ ਚਾਈਨਾ ਦਾ। ਨਾਓ ਅਮਰੀਕਾ ਇਜ਼ ਫਾਲਿੰਗ ਇਨ ਲਵ ਵਿਦ ਇੰਡੀਆ। ਹੁਣ ਚਾਈਨਾ ਸਾਈਡ ਤੇ ਹੈ। Yeah. ਦਿਸ ਪ੍ਰੈਜ਼ੈਂਟਸ ਅ ਵੈਰੀ ਇੰਟਰਸਟਿੰਗ ਸਿਨੈਰੀਓ। Okay. ਉਸ ਤੋਂ ਵੀ ਜ਼ਿਆਦਾ ਇੰਟਰਸਟਿੰਗ ਇਹ ਹੈ ਕਿ ਜੋ ਵੀ ਵਿਜ਼ਿਟ ਹੋਏਗੀ, ਇਹ ਵਿਜ਼ਿਟ ਸਿਰਫ ਦੋ ਦੇਸ਼ਾਂ ਦੀ ਇੱਕ ਮੁਲਾਕਾਤ ਨਹੀਂ ਹੈ। ਇਟਸ ਨਾਟ ਗੋਇੰਗ ਟੂ ਇੰਪੈਕਟ ਅਮਰੀਕਨਸ ਔਰ ਦੀ ਇੰਡੀਅਨਸ। ਜੋ ਵੀ ਇਹਨਾਂ ਦੀ ਮੁਲਾਕਾਤ ਹੋਏਗੀ ਇੱਕ ਗਲੋਬਲ ਏਜੰਡਾ ਸੈੱਟ ਕਰੇਗੀ ਦੁਨੀਆ ਦੇ ਲਈ ਫॉर ਦੀ ਕਮਿੰਗ ਟਾਈਮ। ਜਿੰਨੇ ਵੀ ਸਾਡੇ ਇਸ਼ੂਜ਼ ਹੈ, ਚਾਹੇ ਉਹ ਕਲਾਈਮੇਟ ਚੇਂਜ ਹੈ, ਚਾਹੇ ਉਹ ਸਾਡੀ ਮਿਲਟਰੀ ਪਾਰਟਨਰਸ਼ਿਪ ਹੈ, ਜਾਂ ਫਿਰ ਕੁਛ ਜਿਹੜੇ ਵੀ ਚਾਹੇ ਉਹ UN ਦੇ ਮਸਲੇ ਨੇ ਜਾਂ ਹਿਊਮਨ ਰਾਈਟਸ ਦੇ ਹੈ ਜਾਂ ਡੈਮੋਕ੍ਰੇਸੀ ਦੇ ਹੈ, ਜੋ ਵੀ ਹੈ, ਦੇ ਆਰ ਆਲ ਗੋਇੰਗ ਟੂ ਬੀ ਇੰਪੈਕਟਡ ਬਾਈ ਦਿਸ ਵਿਜ਼ਿਟ। ਇਹ ਤਾਂ ਨਹੀਂ ਕਿ ਇੱਕੋ ਹੀ ਵਿਜ਼ਿਟ ਨਾਲ ਬਹੁਤ ਜ਼ਿਆਦਾ ਇੰਪੈਕਟ ਹੋਏਗਾ। ਇਟ ਇਜ਼ ਗੋਇੰਗ ਟੂ ਸੈਟ ਏਜੰਡਾ, ਇੱਕ ਫਾਊਂਡੇਸ਼ਨ ਲੈ ਕੀਤੀ ਜਾਏਗੀ। ਨੰਬਰ 2, ਇਸ ਵਿਜ਼ਿਟ ਨੂੰ ਇੱਕ ਸਪੈਸ਼ਲ ਟਰਮੀਨੋਲੋਜੀ ਦਿੱਤੀ ਜਾ ਰਹੀ, ਸਟੇਟ ਵਿਜ਼ਿਟ। ਸਟੇਟ ਵਿਜ਼ਿਟ ਵੈਸੇ ਤਾਂ ਮੋਦੀ ਸਾਹਿਬ ਬਹੁਤ ਵਾਰੀ ਜਾ ਚੁੱਕੇ ਨੇ ਜੀ। He went in 2014, 16 and 17 and then 19। ਲੇਕਿਨ ਇਹ ਜਿਹੜੀ ਵਿਜ਼ਿਟ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਇੰਪੋਰਟੈਂਟ ਵਿਜ਼ਿਟ ਹੈ। ਇਹਨੂੰ ਸਟੇਟ ਵਿਜ਼ਿਟ ਕਿਹਾ ਜਾ ਰਿਹਾ ਹੈ। ਰੀਜ਼ਨ ਬੀਇੰਗ ਕਿ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਇਨਵੀਟੇਸ਼ਨ ਦਿੰਦਾ ਹੈ ਕਿ ਤੁਸੀਂ ਆਓ, ਔਰ ਇੱਥੇ ਇੰਡੀਆ ਨੂੰ ਇਨਵਾਈਟ ਕੀਤਾ ਗਿਆ ਜੀ।
ਨੰਬਰ 2, ਕੋਈ ਵੀ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਆਪਣੇ ਟੈਨਿਓਰ 'ਚ 4 ਸਾਲ 'ਚ ਇੱਕ ਵਾਰੀ ਇਦਾਂ ਦੀ ਇਨਵੀਟੇਸ਼ਨ ਦੇ ਸਕਦਾ ਹੈ। ਇਦਾਂ ਨਹੀਂ ਹੈ ਕਿ ਉਹ ਰੋਜ਼ ਸਟੇਟ ਵਿਜ਼ਿਟਸ ਲਈ ਇਦਾਂ ਇਨਵਾਈਟ ਕਰੇ। ਦਿਸ ਇਜ਼ ਵੈਰੀ ਵੈਰੀ ਸਪੈਸ਼ਲ, ਜਿਹਨੂੰ ਕਹਿੰਦੇ ਨਾ ਹਾਈਐਸਟ ਲੈਵਲ ਆਫ ਡਿਪਲੋਮੈਟਿਕ ਪ੍ਰੋਟੋਕੋਲ ਹੈ। ਹਾਈਐਸਟ ਲੈਵਲ ਆਫ ਪ੍ਰੋਟੋਕੋਲ ਜੋ ਅਸੀਂ ਇਹ ਸਿਨੈਰੀਓ ਲੈਂਦੇ ਹਾਂ ਕਿ ਡਿਪਲੋਮੈਟਿਕ ਰਿਲੇਸ਼ਨਸ ਕੂਟਨੀਤੀ ਨੂੰ ਜਿਹਨੂੰ ਲੈ ਕੇ ਚੱਲਦੇ ਹਾਂ। ਸੋ ਹਰ ਵਿਜ਼ਿਟ ਦਾ ਇੱਕ ਪਰਪਸ ਹੁੰਦਾ ਹੈ। ਅਸੀਂ ਹਮੇਸ਼ਾ ਦੇਖਦੇ ਹਾਂ ਬਾਈਡਨ ਸਾਹਿਬ ਔਰ ਮੋਦੀ ਸਾਹਿਬ ਬੜੇ ਖੁੱਲ੍ਹ ਦਿਲੀ ਨਾਲ ਮਿਲਦੇ ਨੇ, ਮਤਲਬ ਜਿੱਦਾਂ ਕੋਈ ਵਿਛੜੇ ਹੋਏ ਮਿੱਤਰ ਨੇ ਨਾ ਜੱਫੀਆਂ ਪਾ ਕੇ ਮਿਲਦੇ ਨੇ ਕਿਤੇ ਮੇਲੇ 'ਚ ਵਿਛੜੇ ਹੋਣ, ਜਸਟ ਲਾਈਕ ਦਿਸ। ਟਰੰਪ ਜੀ ਨਾਲ ਵੀ ਇਸੇ ਤਰ੍ਹਾਂ ਹੀ ਮਿਲਣੀਆਂ ਹੁੰਦੀਆਂ ਰਹੀਆਂ ਨੇ, ਬਰਾਕ ਓਬਾਮਾ ਜੀ ਨਾਲ ਵੀ ਇਸ ਤਰ੍ਹਾਂ ਹੀ ਮੋਦੀ ਸਾਹਿਬ ਦੀਆਂ ਮਿਲਣੀਆਂ ਹੁੰਦੀਆਂ ਰਹੀਆਂ ਨੇ। ਇੱਥੋਂ ਤੱਕ ਕਿ ਬਰਾਕ ਓਬਾਮਾ ਜੀ ਨੂੰ ਉਹਦਾ ਫਸਟ ਨੇਮ ਤੋਂ ਬੁਲਾਉਂਦੇ ਸੀ, ਬਰਾਕ ਕਹਿ ਕੇ ਬੁਲਾਉਂਦੇ ਸੀ ਆਪਣੇ ਐਡਰੈਸ ਦੇ ਵਿੱਚ ਵੀ, ਹਾਲਾਂਕਿ ਸਾਰੇ ਕਹਿੰਦੇ ਨੇ ਮਿਸਟਰ ਪ੍ਰੈਜ਼ੀਡੈਂਟ। ਸੋ ਇਹ ਸਭ ਅਸੀਂ ਦੇਖੀਆਂ, ਨੀਤੀਆਂ ਵੀ ਦੇਖੀਆਂ ਤੇ ਨੀਅਤ ਵੀ ਦੇਖੀ, ਬਹੁਤ ਪਿਆਰ ਭਰੀ ਹੈ। ਸੋ ਇਸ ਵਿਜ਼ਿਟ ਦਾ ਕੋਈ ਖਾਸ ਪਰਪਸ ਹੋਣ ਵਾਲਾ, ਜਿੱਦਾਂ ਤੁਸੀਂ ਕਿਹਾ ਕਿ ਇਸ ਤੋਂ ਪਹਿਲਾਂ ਵੀ 3 4 5 ਵਾਰੀ ਵਿਜ਼ਿਟ ਹੋ ਚੁੱਕਾ ਹੈ, ਸੋ ਉਸ ਤੋਂ ਬਾਅਦ ਹੁਣ ਇਹ ਵਿਜ਼ਿਟ ਕੋਈ ਖਾਸ ਪਰਪਸ ਲੈ ਕੇ ਆ ਰਿਹਾ? ਇਹ ਵਿਜ਼ਿਟ ਬਿਲਕੁਲ ਖਾਸ ਹੈ। ਨੰਬਰ 1, ਇੱਕ ਤਾਂ ਇੰਡੀਆ ਦੀ ਫੋਰਨ ਪਾਲਿਸੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਡੇ ਤੋਂ ਵਧੀਆ ਆਪਸ਼ਨ USA ਕੋਲ ਨਹੀਂ ਹੈ ਜੇਕਰ ਤੁਸੀਂ ਚਾਈਨਾ ਨੂੰ ਕੰਟੇਨ ਕਰਨਾ ਹੈ ਜੀ। ਔਰ ਅਮਰੀਕਨ ਫੋਰਨ ਪਾਲਿਸੀ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਅਸੀਂ ਚਾਈਨਾ ਨੂੰ ਕਿੱਦਾਂ ਕੰਟੇਨ ਕਰਨਾ ਹੈ ਜੀ। ਕਿਉਂਕਿ ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਇਹ ਵੀ ਐਕੈਡੈਮਿਕ ਸਰਕਲ 'ਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਸੀ ਕਿ ਜਿਹੜਾ ਚਾਈਨਾ ਹੈ, ਚਾਈਨਾ ਇਜ਼ ਨਾਓ ਅ ਸੁਪਰ ਪਾਵਰ। ਲੋਕਾਂ ਨੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਦ ਵੇ ਚਾਈਨਾ ਇਜ਼ ਗਰੋਇੰਗ ਔਰ ਜੋ ਚਾਈਨਾ ਕਰ ਰਿਹਾ ਇਸ ਟਾਈਮ, ਜਿੰਨੇ ਵੀ ਦੁਨੀਆ ਦੇ ਜਿਹੜੇ ਪੋਲਸ ਹੈ, ਪਾਵਰ ਪੋਲਸ ਹੈ, be it Europeans or the Australians or the Japanese, ਇਹ ਸਾਰੇ ਦੇ ਸਾਰਿਆਂ ਦਾ ਇੱਕੋ ਹੀ ਦਮ ਲੱਗਾ ਹੋਇਆ ਕਿ ਚਾਈਨਾ ਨੂੰ ਅਸੀਂ ਕਿਵੇਂ ਰੋਕਣਾ। ਤੇ ਉਹ ਜਿਹੜੇ ਵੱਖਰੇ ਵੱਖਰੇ ਐਕਸਪੈਰੀਮੈਂਟਸ ਹੋਏ ਦੁਨੀਆ 'ਚ, ਬਟ ਐਟ ਲਾਸਟ ਇਟ ਵਾਜ਼ ਇੰਡੀਆ ਜਿਹੜਾ ਕਿ ਟੱਕਰ ਦੇ ਸਕਦਾ ਹੈ ਚਾਈਨਾ ਨੂੰ। ਦਿਸ ਮੇਕਸ ਇੰਡੀਆ ਵੈਰੀ ਵੈਰੀ ਸਪੈਸ਼ਲ for the Americans, number 1. Number 2, as far as India is concerned, ਸਾਨੂੰ ਵੀ ਪਤਾ ਲੱਗ ਗਿਆ ਕਿ ਜੇ ਅਸੀਂ ਹੋਰ ਆਪਣੇ ਦਾਇਰਾ ਵਧਾਉਣਾ ਹੈ ਤੇ ਸਾਨੂੰ ਹੁਣ ਬਾਹਰ ਨਿਕਲਣਾ ਪਏਗਾ। ਹੁਣ ਠੀਕ ਹੈ, ਇੰਡੀਪੈਂਡੈਂਸ ਅਸੀਂ ਲੈ ਲਿਆ, 75 ਇਅਰਸ ਹੋ ਗਏ, ਅਸੀਂ ਆਪਣੀ ਪਾਵਰਟੀ ਨੂੰ ਅਸੀਂ ਖਤਮ ਕਰ ਦਿੱਤਾ ਹੈ ਆਲਮੋਸਟ, ਨੋ ਡਾਊਟ ਸਾਡੇ ਬੈਗਰਸ ਹੈਗੇ ਅੱਜ ਵੀ, ਬਟ ਸਟਿਲ ਅਸੀਂ ਜਿਹੜੀਆਂ ਸਾਡੇ ਹਰਡਲ ਸੀਗੇ ਉਹਨਾਂ ਨੂੰ ਕਾਫੀ ਅਸੀਂ ਕਲੀਅਰ ਕਰ ਲਿਆ। ਸ਼ੋਰ। ਐਂਡ ਅਸੀਂ ਇੱਕ ਲਾਰਜੈਸਟ ਡੈਮੋਕ੍ਰੇਸੀ ਬਣ ਗਏ ਹਾਂ, ਪੋਪੂਲੇਸ਼ਨ ਵਾਈਜ਼ ਵੀ ਅਸੀਂ ਨੰਬਰ 1 ਬਣ ਗਏ, ਮਿਲੀਟੈਰੀਲੀ ਆਲਸੋ ਵੀ ਹੈਵ ਵਨ ਆਫ ਦ ਫਾਈਨੈਸਟ ਆਰਮੀ ਇਨ ਦ ਵਰਲਡ। ਔਰ ਲੇਕਿਨ ਸਾਡੇ ਕੋਲ ਕਮੀ ਕੀ ਹੈ? ਸਾਡੀ ਕਮੀ ਹੈ ਟੈਕਨੋਲੋਜੀ। ਜਿਹੜਾ ਆਉਣ ਵਾਲਾ ਯੁੱਗ ਹੈ, ਜਿਹੜਾ ਵੀ ਆਉਣ ਵਾਲਾ ਟਾਈਮ ਹੈ, ਜਿਹੜੀ ਵੀ ਆਉਣ ਵਾਲੀ ਰਾਈਵਲਰੀ ਹੋਏਗੀ, ਦੈਟ ਵਿਲ ਬੀ ਬੇਸਡ ਔਨ ਟੈਕਨੋਲੋਜੀ। ਟੈਕਨੋਲੋਜੀ ਜਿਹੜਾ ਨੰਬਰ 1 ਲੈ ਗਿਆ, that is going to be super power। ਹੁਣ ਅਮਰੀਕਨਸ ਆਰ ਆਲਰੇਡੀ ਟੈਕਨੋਲੋਜੀਕਲੀ ਐਡਵਾਂਸ, ਤਾਈਓ ਸੁਪਰ ਪਾਵਰ ਆਪਣਾ ਸਟੇਟਸ ਮੇਨਟੇਨ ਕਰ ਰਹੇ ਨੇ ਔਰ ਹੈਗੇ ਨੇ। ਐਜ਼ ਫਾਰ ਐਜ਼ ਚਾਈਨੀਜ਼ ਆਰ ਕੰਸਰਨਡ, ਉਹਨਾਂ ਨੇ ਵੀ ਪੂਰਾ ਜਿੰਨੀ ਦੇਰ ਉਹ ਅਮਰੀਕਾ ਦੀ ਗੋਦ 'ਚ ਰਹੇ, ਦੇਖੋ ਪਹਿਲੇ ਤਾਂ ਆਪਸ 'ਚ ਇਹਨਾਂ ਦਾ ਕਾਫੀ ਤਗੜਾ ਪਿਆਰ ਮੁਹੱਬਤ ਸੀ, ਸਭ ਨੂੰ ਪਤਾ, ਸਾਰੀ ਦੁਨੀਆ ਜਾਣਦੀ ਹੈ। ਟੈਸਲਾ ਕਾਰ ਉੱਥੇ ਹੀ ਬਣਦੀ ਹੈ, ਐਲਨ ਮਸਕ ਯੈਸ ਰਿਚੈਸਟ ਪਰਸਨ ਬਣੇ ਨੇ ਟੈਸਲਾ ਦੇ ਬੇਸ ਦੇ ਉੱਤੇ। ਯੈਸ, ਲੇਕਿਨ ਨਾਓ ਹੁਣ ਅਮਰੀਕਾ ਨੂੰ ਕਿਤੇ ਨਾ ਕਿਤੇ ਇਨਸਿਕਿਉਰਿਟੀ ਹੈ ਕਿ ਚਾਈਨਾ ਕਿਤੇ ਕ੍ਰਾਸ ਨਾ ਕਰ ਜੇ। ਦੂਸਰਾ, ਚਾਈਨਾ ਦਾ ਜਿਹੜਾ ਗਲੋਬਲ ਬਿਹੇਵੀਅਰ ਹੈ ਉਹ ਸਾਨੂੰ ਪੈਂਡੈਮਿਕ ਨੇ ਦੱਸ ਦਿੱਤਾ। ਸ਼ੋਰ। ਤੇ ਪਹਿਲੇ ਤੇ ਚਾਈਨਾ ਦੇ ਖਿਲਾਫ ਕੋਈ ਸੋਚਦੇ ਸੀ ਲੇਕਿਨ ਕੋਈ ਹਿੰਮਤ ਨਹੀਂ ਸੀ ਕਰਦਾ, ਬਟ ਜੋ ਚਾਈਨਾ ਦੀ ਹਰਕਤਾਂ ਸਾਹਮਣੇ ਆਈਆਂ, ਜੋ ਚਾਈਨਾ ਆਪਣਾ ਇੱਕ ਜਿਹੜਾ ਕਾਇਮ ਕਰਨਾ ਚਾਹੁੰਦਾ ਜਿਸ ਕਾਸਟ ਤੇ, ਐਟ ਦ ਕਾਸਟ ਆਫ ਹਿਊਮੈਨਿਟੀ, ਉਹ ਪੂਰੀ ਦੁਨੀਆ ਦੇ ਲਈ ਇੱਕ ਸਿਰਦਰਦ ਬਣ ਗਿਆ। ਠੀਕ ਹੈ, ਔਰ ਸਾਡਾ ਵੀ ਚਾਈਨਾ ਦੁਸ਼ਮਣ ਹੈ। ਚਾਈਨਾ ਤਾਂ ਸਭ ਦਾ ਹੀ ਦੁਸ਼ਮਣ ਹੈ, ਕਿਉਂਕਿ ਚਾਈਨਾ ਦੇ ਜਿਹੜੇ ਹਰ ਕਿਸੇ ਨਾਲ ਕੋਈ ਨਾ ਕੋਈ ਪੰਗਾ ਪਿਆ, ਹਰ ਕਿਸੇ ਨਾਲ ਕੋਈ ਨਾ ਕੋਈ ਬਾਰਡਰ ਡਿਸਪਿਊਟ ਹੈ। ਚਾਈਨਾ ਤਾਂ ਸਾਰਾ ਕੁਝ ਗ੍ਰੈਬ ਕਰਨਾ ਚਾਹੁੰਦਾ ਹੈ। ਠੀਕ ਹੈ, ਚਾਈਨਾ ਦਾ ਸੋਚ ਇਹ ਹੈ ਕਿ ਅਸੀਂ ਇੱਕ ਸਪੈਸ਼ਲ ਦੇਸ਼ ਹਾਂ ਜੋ ਹੈਵਨ ਤੋਂ ਉਤਰੇ ਹਾਂ। ਹਾਂਜੀ। ਔਰ ਪੂਰੀ ਦੁਨੀਆ ਦੇ ਸੈਂਟਰ ਵਿੱਚ ਹੈਗੇ ਹਾਂ, ਤਾਂ ਸਾਰੀ ਦੁਨੀਆ ਨੂੰ ਸਾਡੀ ਇਬਾਦਤ ਕਰਨੀ ਚਾਹੀਦੀ, ਸਾਨੂੰ ਪ੍ਰੇ ਕਰਨਾ ਚਾਹੀਦਾ। ਔਰ ਆਈ ਥਿੰਕ ਜੋ ਚਾਈਨਾ ਹੈ
ਉਹ ਤਾਈਵਾਨ ਨੂੰ ਕਿਤੇ ਨਾ ਕਿਤੇ ਆਪਣੇ ਲਾਂਚ ਪੈਡ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ, ਜਿੱਥੇ ਉਹ ਆਪਣੇ ਆਪ ਨੂੰ ਬਾਉਂਸ ਬੈਕ ਕਰੇਗਾ ਵਰਲਡ ਦੀ ਇਕਨੋਮੀ ਦੇ ਵਿੱਚ ਵੀ, ਵਰਲਡ ਦੇ ਪੋਲਿਟਿਕਸ ਦੇ ਵਿੱਚ ਵੀ, ਔਰ ਆਪਣੇ ਆਪ ਨੂੰ ਸੁਪਰ ਪਾਵਰ ਦਾ ਸਟੇਟਸ ਦਿਵਾਉਣ ਦੀ ਕੋਸ਼ਿਸ਼ ਕਰੇਗਾ। ਔਰ ਸ਼ੀ ਜਿਨਪਿੰਗ ਇਸ ਚੀਜ਼ ਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਆਪਣਾ ਟਰਮ ਖਤਮ ਹੋਣ ਤੋਂ ਪਹਿਲਾਂ ਤਾਈਵਾਨ ਨੂੰ ਯੂਜ਼ ਕਰਕੇ ਹਿਸਟਰੀ ਕ੍ਰੀਏਟ ਕਰਨਾ ਚਾਹੁੰਦੇ ਨੇ। ਯੈਸ ਮੈਮ। ਐਕਚੁਅਲੀ ਜਦ ਤੁਸੀਂ ਸ਼ੀ ਜਿਨਪਿੰਗ ਦੀ ਗੱਲ ਕੀਤੀ, ਜਦ ਤੱਕ ਸ਼ੀ ਜਿਨਪਿੰਗ ਹੈ ਨਾ, ਹੁਣ ਉਹਨਾਂ ਨੇ ਆਪਣੀ ਇੱਕ ਪਰਮਾਨੈਂਟ ਉੱਥੇ ਦੇ ਬਣ ਗਏ ਨੇ ਟਿਲ 35 37 35 ਵੀ ਕੈਨ ਸੇ। ਇਸ ਪੀਰੀਅਡ ਨੂੰ ਇੱਕ ਬੜੇ ਡੇਂਜਰਸ ਪੀਰੀਅਡ ਮੰਨ ਕੇ ਚੱਲ ਰਹੇ ਨੇ ਜਿਹੜੇ ਵੀ ਇੰਟਰਨੈਸ਼ਨਲ ਸਕਾਲਰਸ ਨੇ, ਜਿਹੜੇ ਵੀ ਐਕੈਡਮਿਸ਼ੀਅਨ ਸਰਕਲ ਹੈ, ਜਿਹੜਾ ਵੀ ਜਿੰਨੇ ਵੀ ਰਿਸਰਚਰਸ ਨੇ, ਦੇ ਫੀਲ ਕਿ ਜਦ ਤੱਕ ਸ਼ੀ ਜਿਨਪਿੰਗ ਹੈ 35 37 ਤੱਕ, तो this is going to be a very very critical period for the entire world because he is very very ambitious. Naturally ਉਹਨਾਂ ਦਾ ਮਕਸਦ ਇਹੋ ਹੈ ਕਿ they have to become super power, number one power, ਔਰ ਉਹ ਕਿਸ ਕਾਸਟ ਤੇ ਬਣਨਗੇ ਉਹੀ ਇੱਕ ਸਿਰਦਰਦ ਦਾ ਕਾਰਨ ਬਣਿਆ ਹੋਇਆ ਹੈ ਸਭ ਦੇ ਲਈ। ਸਿਰਦਰਦ ਦਾ ਕਾਰਨ ਸਭ ਦੇ ਲਈ ਬਣਿਆ ਹੈ। ਐਂਬੀਸ਼ੀਅਸ ਨੇ ਲੇਕਿਨ ਬਹੁਤ ਜ਼ਿਆਦਾ ਆਊਟ ਆਫ ਟਰੈਕ ਜਿਹਨੂੰ ਆਪਾਂ ਕਹਿੰਦੇ ਆ, ਇਸ ਲੈਵਲ ਦੇ ਉੱਤੇ ਐਂਬੀਸ਼ੀਅਸ ਨੇ। ਔਰ ਅਸੀਂ ਜਦੋਂ ਦੇਖਦੇ ਹਾਂ ਕਿ ਚਾਈਨਾ ਦੀ ਪਾਲਿਸੀ ਕੀ ਹੈ, ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਉਹਨਾਂ ਦਾ ਪੁਰਾਣਾ ਟ੍ਰੇਡ ਕਰਨ ਦਾ ਤਰੀਕਾ ਹੈ, ਜਦੋਂ ਸਿਲਕ ਰੋਡ ਦੀ ਗੱਲ ਆਪਾਂ ਕਰਦੇ ਹਾਂ, ਸੇਮ ਚੀਜ਼ ਉਹ ਅਪਣਾ ਰਹੇ ਨੇ ਟ੍ਰੇਡ ਵਾਸਤੇ ਹੀ ਅੱਜ ਦੀ ਦੁਨੀਆ ਦੇ ਵਿੱਚ। ਉੱਦਾਂ ਹੀ ਇਨਫਰਾਸਟ੍ਰਕਚਰ ਖੜਾ ਕਰਨ ਵਾਸਤੇ ਥਾਂ ਥਾਂ ਦੇ ਉੱਤੇ ਇਨਵੈਸਟਮੈਂਟਸ ਕਰਦੇ ਨੇ ਤਾਂ ਕਿ ਉਹਨਾਂ ਦੇ ਆਪਣੇ ਬਿਜ਼ਨਸ ਦੇ ਜੋ ਸਾਰੇ ਟਰੈਕਸ ਨੇ ਕਲੀਅਰ ਹੋ ਸਕਣ। ਔਰ ਜਿੱਥੇ ਦੇਖਦੇ ਨੇ ਕਿ ਸਾਡੇ ਬਿਜ਼ਨਸ ਦੇ ਵਿੱਚ ਅੜਚਨ ਹੈ, ਉੱਥੇ ਉਹ ਕੋਈ ਨਾ ਕੋਈ ਜਿਹਨੂੰ ਆਪਾਂ ਕਹਿੰਦੇ ਹਾਂ ਪੰਗਾ ਹੋ ਜਾਂਦਾ ਹੈ। ਔਰ ਇੰਡੀਆ ਦੇ ਨਾਲ ਵੀ ਉਹਨਾਂ ਦੇ ਟ੍ਰੇਡ ਦੇ ਰਿਲੇਸ਼ਨਸ ਨੇ, ਅਸੀਂ ਦੇਖਦੇ ਪਏ ਹਾਂ। ਸਾਰੀਆਂ ਇੱਥੇ ਜੋ ਕਮੋਡਿਟੀਜ਼ ਮਿਲਦੀਆਂ ਨੇ ਔਰ ਸਸਤੇ 'ਚ ਮਿਲਦੀਆਂ ਨੇ ਕਿਉਂਕਿ ਉੱਥੇ ਲੇਬਰ ਸਸਤੀ ਹੈ। ਛੋਟੀਆਂ ਛੋਟੀਆਂ ਟੈਕਨੋਲੋਜੀਕਲ ਚੀਜ਼ਾਂ ਨੂੰ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਆਈਟਮਸ ਮਿਲਦੀਆਂ ਨੇ। ਔਰ ਇੰਡੀਆ ਜੋ ਹੈ ਉਹ ਸਰਵਿਸ ਸੈਕਟਰ ਨੂੰ ਫੜ ਕੇ ਬੈਠਾ ਹੈ। ਇਟ ਇਜ਼ ਬਾਏ ਕੰਪਲਸ਼ਨ ਕਹਿ ਸਕਦੇ ਹੋ। ਇਹੀ ਹੁਣ ਇਕੁਏਸ਼ਨ ਚੇਂਜ ਹੋਣੀ ਨਾ। ਹੁਣ ਤੁਸੀਂ ਦੇਖੋ ਨਾ, ਇਹ ਜਿਹੜੀ ਵਿਜ਼ਿਟ ਹੈ, ਇਹਦਾ ਜਿਹੜਾ ਸੈਂਟਰਲ ਪੁਆਇੰਟ ਹੈ ਏਸ਼ੀਆ ਪੈਸੀਫਿਕ ਹੈ। ਏਸ਼ੀਆ ਪੈਸੀਫਿਕ ਜਿਹੜੇ ਦੀ ਵਾਟਰਸ ਆਫ ਇੰਡੀਆ, ਪਹਿਲੇ ਕੀ ਹੁੰਦਾ ਸੀ ਕਿ ਪਾਕਿਸਤਾਨ ਨੂੰ ਅਮਰੀਕਾ ਬੜਾ ਸਟ੍ਰੈਟੇਜਿਕਲੀ ਇੰਪੋਰਟੈਂਟ, ਔਰ ਵਾਕਈ ਜਿਹੜੀ ਪਾਕਿਸਤਾਨ ਦੀ ਲੋਕੇਸ਼ਨ ਹੈ ਸਟ੍ਰੈਟੇਜਿਕਲੀ ਬੜੀ ਇੰਪੋਰਟੈਂਟ ਹੈ, ਤੇ ਪਾਕਿਸਤਾਨ ਅਮਰੀਕਾ ਦੀ ਗੋਦ 'ਚ ਸੀਗਾ ਔਰ ਇੱਦਾਂ ਕਿਹਾ ਜਾਂਦਾ ਸੀ ਪਾਕਿਸਤਾਨ ਇਜ਼ ਅਮਰੀਕਾਜ਼ ਬॉय। ਲੇਕਿਨ ਹੁਣ ਵਿਦ ਦ ਪੈਸੇਜ ਆਫ ਟਾਈਮ, ਅੱਛਾ ਜੇ ਤੁਸੀਂ ਚਾਈਨਾ ਨੂੰ ਦੇਖੋ, ਚਾਈਨਾ ਇਜ਼ ਅਦਰਵਾਈਜ਼ ਅ ਲੈਂਡ ਲੌਕਡ ਕੰਟਰੀ, ਲੇਕਿਨ ਚਾਈਨਾ ਇਜ਼ ਪ੍ਰੋਲੀਫਰੇਟਿੰਗ ਟੂ ਹੋਲ ਆਫ ਦ ਵਰਲਡ। ਪੂਰੀ ਦੁਨੀਆ ਤੱਕ ਉਹਨੇ ਪਹੁੰਚਣਾ ਹੈ। ਇਟ ਇਜ਼ ਥਰੂ ਸੀ ਰੂਟ, ਰਾਈਟ। ਤਾਈਓ ਚਾਈਨਾ ਨੇ ਕੋਸ਼ਿਸ਼ ਕੀਤੀ ਹੋਈ ਹੈ, ਗਵਾਦਰ ਪੋਰਟ ਹੈ ਜਿਹੜਾ ਇੱਧਰ ਉੱਧਰ ਜਿਹੜੇ ਦੇ ਆਰ ਟਰਾਈਂਗ ਟੂ ਟੇਕ ਹੋਲਡ ਆਫ ਇਟ। ਔਰ ਇਹਨਾਂ ਨੇ ਦੇਖੋ ਅੱਜ ਨੇਵੀ ਜਿਹਦੀ ਸਟਰੋਂਗ ਨਾ, ਇਹ ਪਹਿਲੇ ਵੀ ਅੱਜ ਤੋਂ 200 ਸਾਲ ਪਹਿਲੇ ਵੀ ਇਹੀ ਗੱਲ ਠੀਕ ਸੀਗੀ, ਅੱਜ ਵੀ ਇਹੀ ਠੀਕ ਬੈਠਦੀ ਹੈ। ਅਗਰ ਯੂਰਪੀਅਨਸ ਨੇ ਸਾਨੂੰ ਕॉलोनी ਬਣਾਇਆ ਸੀ, ਇਟ ਇਜ਼ ਬਿਕੋਜ਼ ਆਫ देयर नेवी पावर। अगर मुगल्स आए, इट वॉज बिकॉज ऑफ द वाटर, है ना। असी इंडियंस असी हजे बहुत ज़्यादा डिवेलपमेंट, असी पिछड़े हाँ, असी मतलब बैकवर्ड हाँ थोड़े हजे। ये नंबर 1 नेवी हूँ अमेरिका दी है, फिर ऑफकोर्स द चाइनीज़ वन आर देयर, एंड वी आ साडा असी एक टारगेट सैट किया कि अगर असी उन्हां तो उपर नहीं तो उन्होंने टक्कर दे सकीए। इत्थे एशिया पैसीफिक जो है वही पूरा सेंट्रल पॉइंट है इस विजिट का जी। ਹੁਣ ਜਦੋਂ ਅਮਰੀਕਾ ਔਰ ਇਹ ਵਿਜ਼ਿਟ ਹੋਣੀ ਹੈ, ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਟਰਸਟ ਫੈਕਟਰ, ਚਾਈਨਾ ਨੂੰ ਲੈ ਕੇ ਤਾਂ ਸਾਡਾ ਟਰਸਟ ਫੈਕਟਰ ਹੈ ਹੀ ਨਹੀਂ, ਬੜਾ ਕਲੀਅਰ ਕੱਟ ਹੈ। ਸ਼ੋਰ ਹੈ, ਉਹ ਵੱਖਰੀ ਗੱਲ ਹੈ ਕਿ ਸਾਡੀ ਫਰੈਂਡਸ਼ਿਪ ਵੀ ਚੱਲੀ ਜਾ ਰਹੀ, ਬਿਜ਼ਨਸ ਵੀ ਚੱਲੀ ਜਾ ਰਿਹਾ, ਬਟ ਵੀ ਕੈਨ ਨਾਟ ਟਰਸਟ ਹੈ, ਸਪੈਸ਼ਲੀ ਆਫਟਰ ਗਾਲਵਨ। ਨੋਬਡੀ ਕੈਨ ਟਰਸਟ ਚਾਈਨਾ। ਯੈਸ, ਬਟ ਦ ਸੇਮ ਥਿੰਗ ਆਲਸੋ ਅਪਲਾਈਜ਼ ਟੂ ਅਮਰੀਕਾ। ਅਮਰੀਕਾ ਨੂੰ ਵੀ ਇੰਡੀਆ ਜਿਹੜਾ ਹੈ ਟਰਸਟ ਕਰਨਾ ਉਹਦੇ ਲਈ ਵੀ ਬੜਾ ਔਖਾ ਹੈ ਅਗਰ ਅਸੀਂ ਇਹਨਾਂ ਦੇ ਪਾਸਟ ਰਿਕਾਰਡਸ ਦੇਖੀਏ 60 ਔਨਵਰਡਸ। ਹੁਣ ਜਿਹੜਾ ਟਰਸਟ ਫੈਕਟਰ ਹੈ, ਇਹਨੂੰ ਬਿਲਡਅਪ ਕਰਨ ਲਈ ਅਮਰੀਕਨ ਡਿਪਲੋਮੈਟਸ ਨੇ ਬੜੀ ਮਿਹਨਤ ਕੀਤੀ। ਇਹਦਾ ਜਿਹੜੀ ਫਾਊਂਡਿੰਗ ਸਟੋਨ ਪੈਂਦੀ ਹੈ 2005 'ਚ, ਜਦੋਂ ਬਰਾਕ ਓਬਾਮਾ ਸਾਹਿਬ ਆਉਂਦੇ ਨੇ, ਉਹ ਨਿਊਕਲੀਅਰ ਡੀਲ ਕਰਦੇ ਆ, ਠੀਕ ਹੈ। ਹਾਲਾਂਕਿ ਇੰਡੀਅਨਸ ਦੇ ਮਨ 'ਚ ਉਹੀ ਸੈਂਕਸ਼ਨ ਸੀਗੇ ਜਿਹੜੇ 98 'ਚ ਲੱਗੇ ਸੀਗੇ, ਬਟ ਉਹ ਜਿਹੜੀ ਵਿਜ਼ਿਟ ਹੋ ਰਹੀ ਹੈ, ਉਹ ਜਿਹੜੀ ਡੀਲ ਹੋ ਰਿਹਾ, ਤਾਂ ਦੈਟ ਮੇਡ ਇੰਡੀਆ ਲਿਟਲ ਇਮੋਸ਼ਨਲ। ਉਦੋਂ ਉਹਨਾਂ ਨੇ ਕੁਝ ਐਗਰੀਮੈਂਟਸ ਕੀਤੇ ਸੀਗੇ, ਜਿਹਦੇ ਵਿੱਚੋਂ ਮੈਂ ਇੱਕ ਐਗਰੀਮੈਂਟ ਦਾ ਨਾਮ ਲੈਣਾ ਚਾਹੂੰਗੀ, ਐਕਸਚੇਂਜ ਇਨਫੋਰਮੇਸ਼ਨ ਐਕਸਚੇਂਜ। ਇਨਫੋਰਮੇਸ਼ਨ ਐਕਸਚੇਂਜ ਕਿਹੜੀ, ਸੈਟੇਲਾਈਟ ਦੇ ਥਰੂ ਜਿਹੜੀ ਵੀ ਹੁੰਦੀ ਹੈ,
ਹੁਣ ਤੁਸੀਂ 2020 ਚ ਤੁਹਾਨੂੰ ਯਾਦ ਹੋਏਗਾ ਕਿ ਸਾਡਾ ਚਾਈਨਾ ਨਾਲ ਗਾਲਵਨ 1 ਗਾਲਵਨ 2 ਦਾ ਐਪੀਸੋਡ ਆਇਆ ਬਿਲਕੁਲ ਹੈ, ਔਰ ਸਾਨੂੰ ਬੜੀਆਂ ਵਿਕਟਰੀਜ਼ ਮਿਲੀਆਂ, ਚਾਈਨਾ ਨੂੰ ਮੂੰਹ ਦਿਖਾਣੀ ਪਈ। ਬਿਲਕੁਲ। ਇਹਦੇ ਵਿੱਚ ਇੰਡੀਅਨ ਮੀਡੀਆ ਨੇ ਕਵਰ ਨਹੀਂ ਕੀਤਾ, ਲੇਕਿਨ ਫੋਰਨ USA ਦੇ ਮੀਡੀਆ ਨੇ ਕਵਰ ਕੀਤਾ, ਉਹ ਵੀ 1.5-2 ਸਾਲ ਬਾਅਦ। ਉਹਦੇ ਵਿੱਚ ਅਮਰੀਕਾ ਦਾ ਬੜਾ ਵੱਡਾ ਰੋਲ ਸੀ ਜੀ। ਰੋਲ ਇਦਾਂ ਸੀਗਾ ਕਿ ਜਦੋਂ ਚਾਈਨਾ ਦੀ ਮੂਵਮੈਂਟ ਹੋ ਰਹੀ ਸੀਗੀ, ਸੈਟੇਲਾਈਟ ਦੇ ਥਰੂ ਅਮਰੀਕਨਸ ਨੇ ਆਇਡੈਂਟੀਫਾਈ ਕਰ ਲਿਆ ਐਂਡ ਦੇ ਐਕਸਚੇਂਜ ਜਾਂ ਸ਼ੇਅਰ ਆਫ ਇਨਫੋਰਮੇਸ਼ਨ ਜਿਹਨੂੰ ਕਹਿੰਦੇ ਇੰਡੀਆ ਨਾਲ ਕੀਤਾ, ਔਰ ਇੰਡੀਆ ਔਰ ਦੈਟ ਵਾਜ਼ ਦ ਰੀਜ਼ਨ ਇੰਡੀਆ ਕੁਡ ਰਿਸਪੌਂਡ ਇਟ ਬੈਕ ਵੈਰੀ ਵੈਲ। ਟਾਈਮਿੰਗ ਠੀਕ ਹੋ ਗਈ। ਟੈਕਨੋਲੋਜੀ, ਦਿਸ ਇਜ਼ ਦੀ ਟੈਕਨੋਲੋਜੀ। ਤੁਸੀਂ ਇਕੱਲੇ ਹਥਿਆਰਾਂ ਨਾਲ ਨਹੀਂ ਲੜ ਸਕਦੇ, ਤੁਸੀਂ ਇਕੱਲੇ ਜੋਸ਼ ਨਾਲ ਜਜ਼ਬੇ ਨਾਲ ਨਹੀਂ ਲੜ ਸਕਦੇ, ਇਕੱਲੇ ਨੈਸ਼ਨਲਿਜ਼ਮ ਨਾਲ ਨਹੀਂ ਲੜ ਸਕਦੇ। ਇਸੇ ਬੇਸਿਕਲੀ ਟਾਈਮਿੰਗ ਐਂਡ ਟੈਕਨੋਲੋਜੀ। ਅੱਛਾ, ਉਸ ਤੋਂ ਬਾਅਦ ਫਿਰ ਸਾਡੇ 2-3 ਇਨਸੀਡੈਂਟ ਹੋਏ ਐਂਡ ਵੀ ਪੇਡ them very back। ਹੁਣੀ ਨਵੀਂ ਖਬਰ ਆਈ ਕਿ ਉੱਤਰਾਖੰਡ 'ਚ ਵੀ ਕਲੇਮ ਕਰ ਰਿਹਾ ਚਾਈਨਾ। ਸ਼ੋਰ। ਅਰੁਣਾਚਲ ਪ੍ਰਦੇਸ਼ ਦਾ ਅਰੁਣਾਚਲ ਪ੍ਰਦੇਸ਼ ਤਾਂ ਇੱਕ ਪੁਰਾਣੀ ਗੱਲ ਹੈ ਨਾ, ਹੁਣ ਨਵਾਂ ਇੱਕ ਉੱਤਰਾਖੰਡ 'ਚ ਵੀ ਕਰ ਰਿਹਾ। ਤੇ ਚਾਈਨਾ ਦੀ ਇਹ ਸਟ੍ਰੈਟਜੀ ਹੈ ਕਿ ਜੇ ਇੰਡੀਅਨ ਤੰਗ ਕਰਨਾ, ਉਹਨਾਂ ਨੂੰ ਕਹੋ ਆ ਵੀ ਮੇਰਾ ਯੂਪੀ ਵੀ ਮੇਰਾ, ਬਿਹਾਰ ਵੀ ਮੇਰਾ, ਆ ਵੀ ਇੱਦਾਂ ਦਿਸ ਇਜ਼ देयर ਸਟ੍ਰੈਟਜੀ। ਔਰ ਜਿਹੜਾ ਇਹ ਕੌਨਫੀਡੈਂਸ ਆਇਆ ਇੰਡੀਆ ਵਿੱਚ, ਜਿਹੜਾ ਅਸੀਂ ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਜਿਹੜਾ ਅਮਰੀਕਨ ਦੀ ਇਹ ਟੈਕਨੀਕਲੀ ਹੈਲਪ ਹੋਈ, ਜਿਹੜੀ ਹੈ ਸੈਟੇਲਾਈਟ ਦੇ ਥਰੂ ਇਨਫੋਰਮੇਸ਼ਨ ਜਿਹੜੀ ਐਕਸਚੇਂਜ ਕੀਤੀ ਹੈ ਐਂਡ ਇੰਡੀਅਨ ਆਰਮੀ ਰਿਸਪੌਂਡਡ ਵੈਰੀ ਵੈਲ। ਠੀਕ ਹੈ, ਐਕਸਪੈਰੀਮੈਂਟ ਕਾਮਯਾਬ ਹੋ ਗਿਆ ਅਮਰੀਕਨਸ ਦੇ ਲਈ ਵੀ, ਇੰਡੀਅਨਸ ਦੇ ਲਈ ਵੀ। ਨਾਓ ਕਮਿੰਗ ਟੂ ਦੀ ਨੈਕਸਟ, ਯੂਕਰੇਨ ਰਸ਼ੀਆ ਵਾਰ ਲੱਗੀ ਹੋਈ ਹੈ। ਠੀਕ ਹੈ ਜੀ, ਸਾਡੀ ਜਿਹੜੀ ਸਪਲਾਈ ਹੈ, ਦੇਖੋ ਜੀ, ਸਾਨੂੰ ਡਿਫੈਂਸ ਦਾ ਨੰਬਰ 1 ਰਸ਼ੀਆ ਤੋਂ ਆਉਂਦਾ, ਨੰਬਰ 2 ਫਰਾਂਸ, ਨੰਬਰ 3 ਅਮਰੀਕਾ। ਜੋ ਸਾਡੀ ਨੇਵੀ ਹੈ ਉਹ ਅੱਜ ਵੀ ਉਸੇ ਸਟ੍ਰੈਟਜੀ ਦੇ ਉੱਤੇ ਹੈ ਜੋ ਕਿਸੇ ਵਕਤ ਸ਼ਿਵਾਜੀ ਮਰਾਠਾ ਨੇ ਬਣਾਈ ਹੈ ਨੇਵੀ, ਕਿਉਂਕਿ ਉਹ ਵੀ ਸਾਰਾ ਯੁੱਧ ਉਹਨਾਂ ਨੇ ਨੇਵੀ ਨਾਲ ਹੀ ਕੀਤਾ ਹੈ, ਸਮੁੰਦਰ ਦੇ ਰਸਤੇ ਨਾਲ ਕੀਤਾ ਹੈ। ਉਹ ਸੇਮ ਸਟ੍ਰੈਟਜੀ ਸਾਡੀ ਹੈ ਜਿਹਨੂੰ ਕਿ ਅਸੀਂ ਮਾਡਰਨ ਕਰਨ ਦੇ ਉੱਤੇ ਜ਼ੋਰ ਦੇ ਰਹੇ ਹਾਂ। ਯੈਸ, ਮੈਂ ਇਹੀ ਦੱਸ ਰਹੀ ਸੀਗੀ ਕਿ ਰਸ਼ੀਆ ਤੋਂ ਸਾਡਾ S4 ਦਾ ਸਾਡਾ ਕੋਈ ਡੀਲ ਸੀਗੀ ਜਿਹੜੀ ਕਿ ਹਜੇ ਉਹ ਪੂਰੀ ਨਹੀਂ ਕਰ ਪਾਏ, ਈਵਨ ਆਫਟਰ ਸਾਈਨਿੰਗ ਬਿਕੋਜ਼ ਆਫ ਵਾਰ ਫੈਕਟਰ ਜਾਂ ਸੋ ਮੈਨੀ ਫੈਕਟਰਸ ਉਧਰ ਇਨਵੋਲਵ ਨੇ, ਔਰ ਉਸੇ ਟੈਕਨੋਲੋਜੀ ਨੂੰ ਅਸੀਂ ਆਪਣੀ ਨੇਵੀ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਹਾਂ। ਯੈਸ, ਔਰ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਵਾਰ ਖਤਮ ਹੋਏ ਤਾਂ ਨਾਲ ਹੀ ਬਿਜ਼ਨਸ ਸ਼ੁਰੂ ਹੋ ਜਾਏ। ਸ਼ੋਰ, ਇਟ ਇਜ਼ ਗੋਇੰਗ ਟੂ ਟੇਕ ਐਂਪਲ ਅਮਾਊਂਟ ਆਫ ਟਾਈਮ ਜਦੋਂ ਸਾਰੀਆਂ ਚੀਜ਼ਾਂ ਰੀਸੈਟ ਹੋਣਗੀਆਂ। ਦੂਸਰੀ ਗੱਲ, ਅਮਰੀਕਾ ਨੇ ਆਪਣਾ ਜਦੋਂ ਬਜਟ ਵਿੱਚ ਸਪੈਸ਼ਲੀ ਪੈਸੇ ਐਲੋਕੇਟ ਕੀਤੇ ਇੰਡੀਆ ਦੇ ਉੱਤੇ ਖਰਚਣ ਲਈ, ਡਾਇਰੈਕਟਲੀ ਨਹੀਂ, ਹੈਲਪ, ਤਾਂ ਕਿ ਰਸ਼ੀਆ ਦੀ ਗੋਦ 'ਚੋਂ ਕੱਢਿਆ ਜਾ ਸਕੇ ਇੰਡੀਆ ਨੂੰ। ਤੇ ਜਿਹੜੀ ਇੰਡੀਆ ਦੀ ਫੋਰਨ ਪਾਲਿਸੀ ਹੈ, ਅਸੀਂ ਇੱਕਦਮ ਬਿਲਕੁਲ ਯੂ ਟਰਨ ਨਹੀਂ ਲੈਂਦੇ। ਅਸੀਂ ਇਹ ਨਹੀਂ ਕਿ ਇੱਕ ਡਰੈਸਟਿਕ ਚੇਂਜਸ ਇੰਡੀਅਨ ਫੋਰਨ ਪਾਲਿਸੀ 'ਚ ਨਹੀਂ ਆਉਂਦੇ, ਚਾਹੇ ਗਵਰਨਮੈਂਟ ਜਿਹੜੀ ਮਰਜ਼ੀ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਮੋਦੀ ਸਾਹਿਬ ਦੀ ਹੋਵੇ, ਜਾਂ ਆਉਣ ਵਾਲੀ ਜਿਹੜੀ ਵੀ ਹੋਏਗੀ। ਇਹ ਸਾਡਾ ਇੱਕ ਸੈੱਟ ਪੈਟਰਨ ਹੈ, ਕਿਉਂਕਿ ਸਾਡੀ ਸਿਚੁਏਸ਼ਨ ਇਹੋ ਜਿਹੀ ਕਿ ਛੋਟੀ ਜਿਹੀ ਵੀ ਗਲਤੀ ਸਾਨੂੰ ਬਹੁਤ ਵੱਡੀ ਕਾਸਟ ਕਰਨੀ ਹੈ। ਤੇ ਅਸੀਂ ਜਿਹੜੇ ਆਪਣੇ ਯੂ ਟਰਨਸ ਜਾਂ ਡਰੈਸਟਿਕ, ਅਸੀਂ ਬਹੁਤ ਸਲੋ ਚੱਲਦੇ ਹਾਂ, ਇਸੇ ਲਈ ਸਾਨੂੰ ਐਲੀਫੈਂਟ ਕਿਹਾ ਜਾਂਦਾ ਹੈ ਜੀ ਫੋਰਨ ਪਾਲਿਸੀ 'ਚ। ਔਰ ਮੈਨੂੰ ਲੱਗਦਾ ਆਉਣ ਵਾਲੀਆਂ ਸਰਕਾਰਾਂ ਵੀ ਇੱਦਾਂ ਸਲੋ ਚੱਲਣਗੀਆਂ ਟੂ ਅਵੋਇਡ ਐਨੀ ਟਾਈਪ ਆਫ, ਕਿਉਂਕਿ ਇਸ ਟਾਈਮ ਅਸੀਂ ਬਿਲਕੁਲ ਪੀਕ 'ਤੇ ਹਾਂ। ਅਸੀਂ ਇੱਧਰ ਵੀ ਹੋ ਸਕਦੇ, ਇੱਧਰ ਵੀ ਹੋ ਸਕਦੇ ਹਾਂ। ਵੀ ਕੈਨ ਰੀਅਲੀ ਰਾਈਜ਼ ਐਂਡ ਵੀ ਕੈਨ ਫਾਲ ਡਾਊਨ। ਸਾਡੀ ਜੋ ਸਟ੍ਰੈਟਜੀ ਹੈ ਨਾ ਫੋਰਨ ਪਾਲਿਸੀ ਦੀ, ਸਮਟਾਈਮਸ ਆਈ ਫੀਲ ਕਿ ਜੋ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ, ਜਿਹੜਾ ਲੈਣ ਦੇਣ ਦਾ ਕਾਰੋਬਾਰ ਹੁੰਦਾ ਸੀ, ਉਹ ਪੀੜ੍ਹੀਆਂ ਦਰ ਪੀੜ੍ਹੀਆਂ ਚੱਲਦਾ ਸੀ। ਉਹਨਾਂ ਦੇ ਦਾਦੇ ਪੜਦਾਦੇ ਬਾਪ ਦਾਦਾ ਸਾਡੇ ਨਾਲ ਬਿਜ਼ਨਸ ਕਰਦੇ ਹੁੰਦੇ ਸੀ, ਅਸੀਂ ਵੀ ਉਹਨਾਂ ਦੇ ਬਾਪ ਦਾਦੇ ਨਾਲ ਕਰਦੇ ਸੀ। ਉਹ ਚੱਲਦਾ ਰਹੇ। ਉਹਨਾਂ ਲਈ ਇੱਕ ਟਰਸਟ ਬਣਿਆ ਹੁੰਦਾ ਕਿ ਤੁਸੀਂ ਇਹ ਬਿਲਕੁਲ ਸ਼ੋਰ ਹੁੰਦੇ ਕਿ ਤੁਹਾਨੂੰ ਧੋਖਾ ਨਹੀਂ ਮਿਲੇਗਾ। ਔਰ ਉਹੀ ਸਟ੍ਰੈਟਜੀ ਅਸੀਂ ਜਦੋਂ ਬਾਹਰ ਸਾਰਾ ਡਿਪਲੋਮੈਟਿਕ ਰਿਲੇਸ਼ਨਸ ਰੱਖਦੇ ਹਾਂ, ਅਸੀਂ ਸੇਮ ਸਟ੍ਰੈਟਜੀ ਰੱਖਦੇ ਹਾਂ, ਉਹ ਲੈਣ ਦੇਣ ਵਾਲੀ, ਔਰ ਉਸੇ ਤਰ੍ਹਾਂ ਚੱਲਦੇ ਹਾਂ। ਤਾਂ ਹੀ ਸਾਨੂੰ ਬੇਸ਼ੱਕ ਐਲੀਫੈਂਟ ਕਿਹਾ ਜਾਂਦਾ, ਪਰ ਅਸੀਂ ਮਜ਼ਬੂਤੀ ਨਾਲ ਆਪਣੀ ਰਾਹ ਤੁਰਦੇ ਜਾਂਦੇ ਹਾਂ। ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਨਾ, ਹਾਥੀ ਚੱਲਦਾ ਰਹਿੰਦਾ, ਕੁੱਤੇ ਭੌਂਕਦੇ ਰਹਿੰਦੇ ਨੇ, ਹਾਥੀ ਨੂੰ ਕੋਈ ਅਸਰ ਨਹੀਂ ਪੈਂਦਾ। ਉਹੀ ਚੀਜ਼ ਸਾਡੀ ਹੈ, ਅਸੀਂ ਹਾਥੀ ਵਗਨ ਆਰਾਮ ਨਾਲ ਮਸਤ ਚਾਲ ਚੱਲਦੇ ਹਾਂ ਔਰ ਆਪਣਾ ਕੰਮ ਕਰਦੇ ਹਾਂ। ਹੁਣ ਦੇਖੋ, ਇੰਡੀਆ ਨੇ ਜਾਣਾ ਅਮਰੀਕਾ, ਬਿਲਕੁਲ ਜਾਣਾ, ਬੜੇ ਹਾਈ ਲੈਵਲ ਤੇ ਪ੍ਰੈਪਰੇਸ਼ਨਸ ਹੋ ਰਹੀਆਂ, ਔਰ ਉਹਨਾਂ ਦੇ ਡਿਪਲੋਮੈਟ ਸਾਡੇ ਡਿਪਲੋਮੈਟਸ ਨਾਲ ਮਿਲ ਕੇ ਆਲਰੇਡੀ ਸਟ੍ਰੈਟਜੀ ਬਣਾ ਰਹੇ ਨੇ। ਐਕਚੁਅਲੀ ਇਹ ਸਾਰਾ ਹੋਮਵਰਕ ਹੀ ਡਿਪਲੋਮੈਟਸ ਨੇ ਕੀਤਾ ਹੈ। ਇਹ ਸਾਰਾ ਕੁਝ ਬਿਹਾਈਂਡ ਦੀ ਕਰਟਨਸ, ਬਿਹਾਈਂਡ ਦੀ ਕੈਮਰਾ, ਇੰਨਾ ਜ਼ਿਆਦਾ ਵੱਡੇ ਪੱਧਰ ਤੇ ਤਿਆਰੀਆਂ ਹੋਈਆਂ ਕਿ ਇਹਨਾਂ ਨੇ ਤਾਂ ਸਿਰਫ ਫਾਰਮਲੀ ਮਿਲਣਾ, ਇੱਕ ਰਸਮ ਹੀ ਹੈ। ਅਦਰਵਾਈਜ਼ ਕੰਮ ਹੋ ਚੁੱਕੇ ਹੋਏ ਜੋ ਹੋਣੇ ਹੈ। ਹੁਣ
ਮਜ਼ੇ ਦੀ ਗੱਲ ਹੈ ਕਿ ਸਾਨੂੰ ਇੱਥੋਂ ਇਸ ਐਂਗਲ ਤੋਂ ਸੋਚਣਾ ਪਏਗਾ ਕਿ ਅਮਰੀਕਾ ਦੀ ਕੀ ਐਕਸਪੈਕਟੇਸ਼ਨ ਹੈ, ਵਾਈ ਅਮਰੀਕਾ ਇਜ਼ ਡੂਇੰਗ ਸੋ ਮਚ, ਵਾਈ ਇੰਡੀਆ ਇਜ਼ ਰਿਸਪੌਂਡਿੰਗ ਸੋ ਮਚ। ਦੋਨਾਂ ਦੇ ਆਪਣੇ ਆਪਣੇ ਨੈਸ਼ਨਲ ਇੰਟਰਸਟ ਨੇ। ਬਿਲਕੁਲ ਨੈਸ਼ਨਲ ਇੰਟਰਸਟ ਨੇ, ਔਰ ਜਿਸ ਤਰ੍ਹਾਂ ਅਮਰੀਕਨ ਐਕਸਪ੍ਰੈਸ਼ਨ ਹੈ ਨਾ, ਉਹ ਇਸ ਤਰ੍ਹਾਂ ਕਰਕੇ ਕਰਦੇ ਨੇ, ਵਿਨ ਵਿਨ ਸਿਚੁਏਸ਼ਨ। ਯੈਸ, ਸੋ ਦੋਵਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਜਿਹੜੀ ਹੈ। ਯੈਸ, ਦੋਨਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਤਾਂ ਸਾਨੂੰ ਮੀਡੀਆ ਨਿਊਜ਼ਪੇਪਰ ਦੇਖ ਕੇ ਪਤਾ ਲੱਗ ਹੀ ਰਹੀ ਹੈ ਉੱਥੇ ਜਿਸ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ। ਸਭ ਤੋਂ ਪਹਿਲੇ ਤਾਂ ਅਰਾਊਂਡ 7000 ਲੋਕਾਂ ਨੇ ਬਾਈਡਨ ਸਾਹਿਬ ਨੂੰ ਰਿਕੁਐਸਟ ਕੀਤੀ ਐਂਡ ਦੇ ਆਰ ਐਕਸਪੈਕਟਡ ਟੂ ਜੁਆਇਨ ਦੀ ਡਿਨਰ ਵਿਚ ਵਿਲ ਬੀ ਹੋਸਟਡ ਫॉर ਪ੍ਰਾਈਮ ਮਿਨਿਸਟਰ ਮੋਦੀ। ਠੀਕ ਹੈ। ਫਿਰ ਜਿਹੜੇ ਇੰਡੀਅਨ ਡਾਇਸਪੋਰਾ ਹੈ ਇੱਥੇ, ਹੁਣ ਸਾਡਾ ਚੈਨਲ ਤਾਂ ਹੈ ਹੀ ਡਾਇਸਪੋਰਾ ਲਈ ਹੈ, ਬਿਲਕੁਲ ਉਹਨਾਂ ਦੀ ਇੰਨੀ ਜ਼ਿਆਦਾ ਐਨਹਾਂਸਮੈਂਟ ਹੋਣੀ ਹੈ ਕੌਨਫੀਡੈਂਸ। ਠੀਕ ਹੈ। ਉਹਨਾਂ ਨੇ ਕਲਚਰਲ ਕਾਰਨੀਵਲਸ ਆਰਗੇਨਾਈਜ਼ ਕੀਤੇ ਹੈ। ਠੀਕ ਹੈ। ਬੜੇ ਵੱਡੇ ਪੱਧਰ ਤੇ ਹੋ ਰਿਹਾ। ਐਂਡ ਦੈਨ ਮੋਦੀ ਸਾਹਿਬ ਨੇ ਜੁਆਇੰਟ ਕਾਂਗਰਸ ਦਾ ਜਿਹੜੀ ਮੀਟਿੰਗ ਆ ਉਹਨੂੰ ਵੀ ਐਡਰੈਸ ਕਰਨਾ, ਵਿਚ ਇਜ਼ ਸਮਥਿੰਗ ਅਗੇਨ ਅ ਵੈਰੀ ਆਈ ਮੀਨ, ਇਸ ਤੋਂ ਪਹਿਲੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਸਾਡੇ ਸਿੰਘ ਸਾਹਿਬ ਸੀਗੇ, ਮਨਮੋਹਨ ਸਿੰਘ, 2009 'ਚ ਉਹਨਾਂ ਨੂੰ ਵੀ ਸਟੇਟ ਵਿਜ਼ਿਟ ਮਿਲੀ। ਤਾਂ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਕਿ ਸਾਨੂੰ 2023 'ਚ ਹੁਣ ਸਾਨੂੰ ਫਿਰ ਸਟੇਟ ਵਿਜ਼ਿਟ ਲਈ, ਸਟੇਟ ਵਿਜ਼ਿਟ ਮਤਲਬ ਇਹ ਕਿ ਯੂ ਆਰ ਐਨ ਇੰਪੋਰਟੈਂਟ ਪਲੇਅਰ ਇਨ ਦੀ ਜੀਓ ਪੋਲਿਟਿਕਸ ਔਰ ਇਨ ਦੀ ਆਈ ਆਫ ਦੀ ਅਮਰੀਕਨਸ और इन द आई ऑफ डिफरेंट पॉलिटिकल लीडर्स जो अपने आप ਨੂੰ ਬਹੁਤ ਫੰਨੇ ਖਾਂ ਸਮਝਦੇ ਨੇ ਪੂਰੀ ਦੁਨੀਆ ਦੇ, ਉਹ ਵੀ ਇਸ ਵਕਤ ਦੇਖ ਰਹੇ ਨੇ ਧਿਆਨ ਨਾਲ ਕਿ ਹੋਣ ਕੀ ਜਾ ਰਿਹਾ ਔਰ ਪੂਰੇ ਵਰਲਡ ਦੇ ਪੋਲਿਟਿਕਸ ਦੇ ਵਿੱਚ ਔਰ ਇਕਨੋਮਿਕਸ ਦੇ ਵਿੱਚ ਕੀ ਚੇਂਜ ਆਉਣ ਵਾਲੀ। ਔਰ ਦੇਖੋ ਡਿਪਲੋਮੈਟਿਕ ਦਾ ਤੇ ਡਿਪਲੋਮੈਟਸ ਦਾ ਤੇ ਜ਼ੋਰ ਲੱਗਾ ਹੀ ਹੋਇਆ ਹੈ। ਨਾਲ ਹੀ ਨਾਲ ਜਿਹੜੇ ਸਾਡੇ ਜਿੰਨੇ ਵੀ ਸਾਡੇ ਸੀਈਓਜ਼ ਆ ਅਮਰੀਕਨ ਦੀ ਕੰਪਨੀਜ਼ ਦੇ, ਦੇ ਆਰ ਆਲ ਇੰਡੀਅਨਸ, ਰਾਈਟ। ਡਾਇਸਪੋਰਾ ਦਾ ਬੜਾ ਜ਼ੋਰ ਲੱਗਾ ਹੋਇਆ ਹੈ ਜੀ। ਔਰ ਅਮਰੀਕਾ ਇਹ ਚਾਹੁੰਦਾ ਹੈ ਕਿ ਅਫਕੋਰਸ ਸਭ ਤੋਂ ਪਹਿਲੇ ਤਾਂ ਉਹਨੂੰ ਰਸ਼ੀਆ ਤੋਂ ਦੂਰ ਕਰਨਾ ਚਾਹੁੰਦਾ ਹੈ। ਨੰਬਰ 2, then America want to use it against China. Number 3, economic factor is also there. Number 4, ਉਹਨਾਂ ਨੂੰ ਇਹ ਸਾਡੇ ਨਾ ਇੱਕ ਸਾਡੀ ਬਣ ਗਈ ਹੋਈ ਹੈ, ਬ੍ਰਾਂਡ ਬਣ ਗਿਆ ਕਿ ਇੰਡੀਅਨਸ ਆਰ ਵੈਰੀ ਇੰਟੈਲੀਜੈਂਟ। ਇੰਡੀਅਨਸ ਆਰ ਵੈਰੀ ਇੰਟੈਲੀਜੈਂਟ ਐਕੈਡੈਮਿਕਲੀ। ਉਹ ਐਜੂਕੇਸ਼ਨਲ ਐਕਸਚੇਂਜ ਪ੍ਰੋਗਰਾਮਸ ਕਰਨਾ ਚਾਹੁੰਦੇ, ਉਹ ਚਾਹੁੰਦੇ ਕਿ ਸਾਨੂੰ ਇੰਡੀਅਨ ਸਟੂਡੈਂਟਸ ਆਉਣ, ਅਸੀਂ ਇਹਨਾਂ ਨੂੰ ਵਧੀਆ ਇੰਜੀਨੀਅਰਸ ਬਣਾਏ, ਕਿਉਂਕਿ ਏਸ਼ੀਅਨ ਬ੍ਰੇਨ ਜੋ ਹੈ ਨਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਹੈ। ਫਿਰ ਇੱਕ ਹੈਲਥ ਸਿਕਿਉਰਿਟੀ ਜਿਹੜਾ ਇੱਕ ਬੜਾ ਹੀ ਇੰਪੋਰਟੈਂਟ ਕੰਪੋਨੈਂਟ ਇਮਰਜ ਹੋਇਆ ਡਿਊਰਿੰਗ ਪੈਂਡੈਮਿਕ। ਹੈਲਥ ਸਿਕਿਉਰਿਟੀ ਨੂੰ ਵੀ ਇਨਸ਼ੋਰ ਕਰਨਾ, ਯਾਨੀ ਕਿ ਹੈਲਥ ਦਾ ਜਿਹੜਾ ਸੈਕਟਰ ਹੈ, ਫਾਰਮਾ ਸੈਕਟਰ ਹੈ, ਇਹਦੇ 'ਚ ਕੀ ਐਕਸਚੇਂਜਸ ਹੋ ਸਕਦੀਆਂ। How can our doctors contribute to them and we can learn from them and we can help each other. This is a very very important for general public. ਔਰ ਜਦੋਂ ਕਰੋਨਾ ਦਾ ਸਮਾਂ ਵੀ ਰਿਹਾ ਹੈ ਉਦੋਂ ਇੰਡੀਆ ਤੋਂ ਕਈ ਮੈਡੀਸਿਨਸ ਗਈਆਂ ਨੇ ਅਮਰੀਕਾ, ਸੋ ਫਾਈਟ ਕੀਤਾ ਹੈ ਕਰੋਨਾ ਨੂੰ। ਯਾ ਤੇ ਇਸ ਤੋਂ ਇਲਾਵਾ ਉਹ ਪੀਪਲ ਟੂ ਪੀਪਲ ਜਿਹੜਾ ਅਪਰੋਚ ਹੈ, ਕੰਟੈਕਟ, ਉਹਨੂੰ ਵਧਾਉਣਾ ਚਾਹੁੰਦੇ ਅਮਰੀਕਨਸ। ਵਾਈ? ਕਿਉਂਕਿ ਜਿਹੜਾ ਸਾਡਾ ਡਾਇਸਪੋਰਾ, ਪੰਜਾਬੀ ਕਮਿਊਨਿਟੀ ਲੈ ਲਓ, ਗੁਜਰਾਤੀ ਕਮਿਊਨਿਟੀ ਲੈ ਲਓ, ਐਂਡ ਦੇਰ ਆਰ ਸੋ ਮੈਨੀ ਸਾਊਥ ਇੰਡੀਅਨਸ, ਇਹਨਾਂ ਨੇ ਕੰਸੋਲੀਡੇਟ ਕਰ ਦਿੱਤਾ ਹੈ ਅਮਰੀਕਾ ਨੂੰ ਬਹੁਤ ਪੋਜ਼ਿਟਿਵਲੀ ਕੰਟਰੀਬਿਊਟ ਕੀਤਾ ਹੈ ਜੀ। ਅਸੀਂ ਸੋਸ਼ਲ ਸਰਵਿਸਿਜ਼ ਨਾਲ ਪੰਜਾਬੀ ਕਮਿਊਨਿਟੀ ਤੇ ਤਾਂ ਵੈਸੇ ਹੀ ਤੁਸੀਂ ਜੇ ਗੱਲ ਕਰੋ, ਵੀ ਆਰ ਲਾਈਕ ਹੁਣ ਜਦੋਂ ਪੈਂਡੈਮਿਕ ਸੀਗਾ, ਸਾਡਾ ਜਿਹੜਾ ਸੋਸ਼ਲ ਰੋਲ ਹੈ, ਜਿਹਨੂੰ ਕਹਿੰਦੇ ਸੋਸ਼ਲ ਰਿਸਪੌਂਸਿਬਿਲਿਟੀ, ਉਹ ਇੰਡੀਅਨਸ ਦੀ ਇੱਕ ਬੜਾ ਹੀ ਇੱਕ ਬਹੁਤ ਹੀ ਇੰਪੋਰਟੈਂਟ ਇਨਗਰੀਡੀਐਂਟ ਹੈ, ਜਿਹਦੇ ਵਿੱਚ ਪੰਜਾਬੀ ਕਮਿਊਨਿਟੀ ਆਈ ਥਿੰਕ ਲੀਡ ਕਰਦੀ ਹੈ। ਐਗਜ਼ੈਕਟਲੀ। ਪੰਜਾਬੀ ਕਮਿਊਨਿਟੀ ਨੇ ਜਿੱਥੇ ਵੀ ਜਾ ਕੇ, ਜਿਹੜੇ ਵੀ ਦੇਸ਼ 'ਚ ਜਾ ਕੇ ਵੱਸੀ ਹੈ, ਉਹਨੇ ਉਸ ਦੇਸ਼ ਨੂੰ ਸਟਰੋਂਗ ਕੀਤਾ ਹੈ, ਇਕਨੋਮਿਕਲੀ ਵੀ ਸਟਰੋਂਗ ਕੀਤਾ, ਸੋਸ਼ਲੀ ਵੀ, ਕਿਉਂਕਿ ਸਾਡਾ ਜਿਹੜਾ ਕਲਚਰ ਹੈ ਉਹ ਬੜਾ ਪਿਆਰਾ ਕਲਚਰ ਹੈ, ਗੁਰੂ ਸਾਹਿਬ ਦਾ ਦਿੱਤਾ ਹੋਇਆ। ਉਸ ਕਲਚਰ ਦੀ ਹਰ ਥਾਂ ਦੇ ਉੱਤੇ ਧੂਮ ਅਸੀਂ ਮਚਾਈ ਹੈ। ਔਰ ਅਸੀਂ ਜਦੋਂ ਦੇਖਦੇ ਹਾਂ ਕਿ ਅਮਰੀਕਾ ਦੀ ਇਹ ਸਟ੍ਰੈਟਜੀ ਆ ਕਿ ਰਸ਼ੀਆ ਦੀ ਗੋਦ ਵਿੱਚੋਂ ਕਿਵੇਂ ਇੰਡੀਆ ਨੂੰ ਕੱਢ ਕੇ ਲੈ ਕੇ ਆਉਣਾ, ਲੇਕਿਨ ਇਹ ਬਹੁਤ ਪੁਰਾਣੇ ਰਿਲੇਸ਼ਨਸ ਨੇ। ਖਾਸ ਕਰਕੇ ਅਸੀਂ ਪੈਟਰੋਲ ਵਾਸਤੇ ਵੀ ਔਰ ਨੈਚੁਰਲ ਗੈਸ ਵਾਸਤੇ ਵੀ ਡਿਪੈਂਡ ਕਰ ਰਹੇ ਹਾਂ, ਔਰ ਜੋ ਸਾਡੇ ਵੈਪਨਸ ਨੇ ਉਹਨਾਂ ਵਾਸਤੇ ਵੀ ਡਿਪੈਂਡ ਕਰ ਰਹੇ ਹਾਂ, ਔਰ ਸਾਡੇ ਬਹੁਤ ਪੁਰਾਣੇ ਰਿਲੇਸ਼ਨਸ ਨੇ ਰਸ਼ੀਆ ਦੇ ਨਾਲ, ਰਾਈਟ ਫਰੋਮ ਦੈਟ ਪੀਰੀਅਡ ਕਿ ਜਦੋਂ ਯੂਐਨਓ ਹਜੇ ਐਮਰਜ ਕਰ ਰਹੀ ਸੀ, ਉਸ ਟਾਈਮ ਤੋਂ ਅਸੀਂ ਹੈਗੇ। ਸੋ ਇਹ ਕੱਢਣਾ ਤਾਂ ਬਹੁਤ ਅਲੱਗ ਜਿਹਾ ਇੱਕ ਸਿਸਟਮ ਲੱਗਦਾ ਕਿ ਇੱਦਾਂ ਦੋਸਤੀ ਟੁੱਟ ਸਕੇਗੀ। ਹਾਂ, ਬੈਲੈਂਸ ਜ਼ਰੂਰ ਹੋਏਗਾ। ਔਰ ਦੂਜਾ ਗਿਆ ਕਿ ਚਾਈਨਾ ਦੇ ਅਗੇਂਸਟ ਕਿੱਦਾਂ ਯੂਜ਼ ਕਰਨਾ ਹੈ, ਕਿਉਂਕਿ ਚਾਈਨਾ ਨਾਲ ਸਾਡੇ ਆਪਣੇ ਡਿਸਪਿਊਟ ਨੇ। ਸਭ ਤੋਂ ਵੱਡਾ ਹੈ ਅਰੁਣਾਚਲ ਪ੍ਰਦੇਸ਼, ਕਿਉਂਕਿ ਅਰੁਣਾਚਲ ਪ੍ਰਦੇਸ਼ ਦਾ ਬਹੁਤ ਵੱਡਾ ਏਰੀਆ
ਚਾਈਨਾ ਦੇ ਨਾਲ ਲੱਗਦਾ ਹੈ। ਸਾਡੇ ਕੋਲ ਇੱਕ ਚਿਕਨ ਨੈਕ ਹੀ ਹੈ, ਛੋਟਾ ਜਿਹਾ ਰਸਤੇ ਤੋਂ ਅਸੀਂ ਜੁੜਦੇ ਹਾਂ, ਉਹ ਉੱਥੋਂ ਹੀ ਤੋੜਨਾ ਚਾਹੁੰਦਾ ਸਾਨੂੰ, ਜਦਕਿ ਅਸੀਂ ਉੱਥੇ ਸਟਰੋਂਗ ਹੈਗੇ ਆ। ਸੋ ਸਾਡੇ ਆਪਣੇ ਡਿਸਪਿਊਟਸ ਨੇ ਉਹਨਾਂ ਦੇ ਨਾਲ, ਔਰ ਸਿਆਚਿਨ ਨੂੰ ਲੈ ਕੇ ਵੀ ਸਾਡਾ, ਕਿਉਂਕਿ ਪਾਕਿਸਤਾਨ ਨਾਲ ਬਾਰਡਰ ਸ਼ੇਅਰਿੰਗ ਹੈ, ਉੱਥੇ ਵੀ ਉਹਦੀ ਇੰਟਰਫੇਰੈਂਸ ਹੈ। ਅੱਜ ਕੱਲ੍ਹ ਐਕਚੁਅਲੀ ਪਤਾ ਕਿ ਜਿਹੜੇ ਡਿਸਪਿਊਟਸ ਦੀ ਤੁਸੀਂ ਗੱਲ ਕਰ ਰਹੇ ਨਾ, ਇਹ ਸੁਪਰਫੀਸ਼ੀਅਲ ਲੈਵਲ ਤੇ, ਇਹ ਜਿਹਨੂੰ ਕਹਿੰਦੇ ਨਾ ਦਿਖਾਵੇ ਵਾਲੇ, ਅੰਦਰ ਚੀਜ਼ਾਂ ਹੋਰ ਵੀ ਬਹੁਤ ਜ਼ਿਆਦਾ ਗੜਬੜ ਨੇ ਜੀ, ਬਹੁਤ ਜ਼ਿਆਦਾ ਗੜਬੜ ਨੇ। ਕਿਉਂਕਿ ਹੁਣ ਕਸ਼ਮੀਰ ਦੇ ਵਿੱਚ ਵੀ ਦਖਲਅੰਦਾਜ਼ੀ ਹੈਗੀ ਹੈ ਚਾਈਨਾ ਦੀ, ਯੈਸ। ਤੇ ਅੰਦਰ ਦੀ ਗੜਬੜ ਕੀ ਹੈ ਜੋ ਸਾਨੂੰ ਭੁਗਤਣੀ ਪੈ ਰਹੀ ਹੈ? ਸਭ ਤੋਂ ਪਹਿਲੇ ਤਾਂ ਪੈਂਡੈਮਿਕ ਦਾ ਚਿਹਰਾ ਸੀਗਾ ਜੀ, ਪੈਂਡੈਮਿਕ ਵਰਗੀਆਂ ਜਾਂ ਮਿਲਦਿਆਂ ਚੁਲਦੀਆਂ ਪਤਾ ਨਹੀਂ ਕਿੰਨੀਆਂ ਕੁ ਗੜਬੜ ਆ ਜਾਣ। ਵੀ ਕੈਨ ਨਾਟ ਟਰਸਟ। ਚਾਈਨਾ ਨੇ ਪੂਰੀ ਦੁਨੀਆ ਦਾ ਟਰਸਟ ਲੂਜ਼ ਕੀਤਾ। ਪਹਿਲੇ ਲੋਕ ਐਸਾ ਵਾਇਰਸ ਡਿਵੈਲਪ ਕਰਦਾ ਹੈ। ਨਹੀਂ, ਮੈਂ ਇਹ ਨਹੀਂ ਕਹਿ ਰਹੀ ਕਿ ਵਾਇਰਸ ਹੀ ਡਿਵੈਲਪ ਕਰ ਲੈਣਗੇ। ਵੀ ਡੋਂਟ ਨੋ ਐਨੀਥਿੰਗ ਕੈਨ ਹੈਪਨ। ਬੜੀ ਇੱਕ ਮਿਸਟੀਰੀਅਸ ਜਿਹੀ ਸਿਚੁਏਸ਼ਨ ਹੈ। ਓਕੇ। ਕਿਉਂਕਿ ਜੇ ਅਸੀਂ ਬਾਕੀ ਕੰਟਰੀਜ਼ ਨੂੰ ਦੇਖੀਏ, ਬਾਕੀ ਦੁਨੀਆ ਨੂੰ ਦੇਖੇ ਤਾਂ ਉਹਨਾਂ ਦੇ ਰੈਕਡਸ ਅੱਛੇ ਆ। ਜ਼ਿਆਦਾ ਤੋਂ ਜ਼ਿਆਦਾ ਡਿਕਟੇਟਰਸ਼ਿਪ ਹੁੰਦੀਆਂ, ਡਿਕਟੇਟਰ ਕੰਟਰੀ ਹੁੰਦੇ, ਉਹ ਆਪਣੇ ਹੀ ਚਲੋ ਉਹਨਾਂ ਦੇ ਮੁਲਕ ਨੂੰ ਡਿਕਟੇਟਰਸ਼ਿਪ ਦੇ ਹਿਸਾਬ ਨਾਲ ਚਲਾਉਂਦੇ, ਲੇਕਿਨ ਉਹ ਬਾਹਰਲੀ ਦੁਨੀਆ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਾ ਰਹੇ ਹੁੰਦੇ। ਮਤਲਬ ਇਹ ਗੱਲ ਵਿੱਚੋਂ ਨਿਕਲ ਰਹੀ ਹੈ ਕਿ ਚਾਈਨਾ ਇਸ ਵਕਤ ਇੱਕ ਵਾਰ ਲੜ ਰਿਹਾ ਹੈ ਜੋ ਪੂਰੀ ਦੁਨੀਆ ਦੇ ਖਿਲਾਫ ਹੈ, ਔਰ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਹੈ। ਦਿਸ ਇਜ਼ देयर ਸਟ੍ਰੈਟਜੀ, ਦਿਸ ਇਜ਼ देयर ਏਮ, ਦਿਸ ਇਜ਼ देयर ਗੋਲ। ਔਰ ਬਾਕੀ ਸਾਰੇ ਕੰਟੇਨ ਕਰਨ ਲੱਗੇ ਹੋਏ ਹੈ। ਕਦੀ ਕੁਆਡ ਹੈ, ਕਦੀ ਔਕਸ ਹੈ ਨਾ। ਹੁਣ ਇਹ ਜਿਹੜਾ ਇਹਨੂੰ ਨਾਮ ਦਿੱਤਾ ਹੋਇਆ ਹੈ, ਇਹ ਜਿਹੜੀ ਪੈਸੀਫਿਕ ਵਾਟਰ ਹੈ, ਜਿਹੜਾ ਏਸ਼ੀਆ ਪੈਸੀਫਿਕ ਹੈ। ਸੋ ਇਹਦੇ ਥਰੂ ਸਾਰੇ ਕੋਸ਼ਿਸ਼ ਕਰ ਰਹੇ ਆ, ਐਂਡ ਇਟਸ ਵੈਰੀ ਡਿਫਿਕਲਟ, ਇਟਸ ਨਾਟ ਦੈਟ ਈਜ਼ੀ। ਸੋ ਕੀ ਲੱਗਦਾ ਫਿਰ ਕੀ ਆਊਟਕਮ ਹੋਏਗਾ ਇਸ ਸਾਰੀ ਵਿਜ਼ਿਟ ਦਾ? ਕਿਉਂਕਿ ਇਹ ਸਾਰੀਆਂ ਸਿਚੁਏਸ਼ਨਸ ਹਰ ਐਂਗਲ ਤੋਂ ਆਪਾਂ ਦੇਖਦੇ ਪਏ। ਦੇਖੋ, ਜਦੋਂ ਬੈਰਕ ਓਬਾਮਾ 2005 ਚ ਆਏ ਸੀਗੇ, ਜੋ ਵੀ ਉਦੋਂ ਐਕਸਚੇਂਜ ਮਤਲਬ ਜੋ ਵੀ ਐਗਰੀਮੈਂਟਸ ਹੋਏ ਜੀ, ਉਹਦਾ ਰਿਜ਼ਲਟ ਅੱਜ ਸਾਨੂੰ ਮਿਲ ਰਿਹਾ 23 ਚ। ਠੀਕ ਹੈ, ਇਟ ਹੈਜ਼ ਸਟਾਰਟਡ ਪ੍ਰੋਡਿਊਸਿੰਗ। ਮਾਹੌਲ ਬਣ ਗਿਆ, ਐਨਵਾਇਰਨਮੈਂਟ ਬਣ ਗਿਆ, ਸਿਚੁਏਸ਼ਨ ਰਾਈਪ ਹੈ। ਉੱਦਾਂ ਹੀ ਜਿਹੜੀ ਹੁਣ ਬਾਈਡਨ ਸਾਹਿਬ ਔਰ ਮੋਦੀ ਸਾਹਿਬ ਦੇ ਵਿੱਚ ਜੋ ਵੀ ਫੈਸਲਾ ਹੋਏਗਾ ਜਾਂ ਜੋ ਵੀ ਐਗਰੀਮੈਂਟਸ ਹੋਣਗੇ, ਉਹਨੇ ਫਿਊਚਰ ਨੂੰ ਲੈ ਕਰਨਾ ਹੈ। ਜੇ ਤੁਸੀਂ ਕਹੋ ਕਿ ਇਮੀਡੀਏਟ ਕੋਈ ਰੈਪਰਕਸ਼ਨ ਜਾਂ ਕੋਈ ਰਿਜ਼ਲਟ ਆਣਗੇ, ਇੱਦਾਂ ਨਹੀਂ ਹੈ। ਇਟ ਵਿਲ ਟੇਕ ਟਾਈਮ। ਬਟ ਜੋ ਬਰਾਕ ਓਬਾਮਾ ਕਰ ਗਏ ਸੀ, ਹੋ ਸਕਦਾ ਬਾਈਡਨ ਵੀ ਆਉਣ ਵਾਲੇ ਟਾਈਮ 'ਚ ਕੁਛ ਇੱਦਾਂ ਦਾ ਕਰ ਜਾਣ, ਬਾਈਡਨ ਔਰ ਮੋਦੀ, ਜਿਹੜਾ ਕਿ ਦੁਨੀਆ ਦੇ ਲਈ ਫਾਇਦਾ ਕਰੇ ਔਰ ਸਪੈਸ਼ਲੀ ਇੰਡੀਆ ਦੇ ਲਈ ਫਾਇਦਾ ਕਰਨਗੇ। ਦੇਖੋ, ਜ਼ਿਆਦਾਤਰ ਜਿਹੜੀ ਗੇਮ ਹੈ ਨਾ, ਟੈਕਨੋਲੋਜੀ ਦੇ ਆਸ-ਪਾਸ ਘੁੰਮਣੀ ਹੈ ਜੀ ਇੰਡੀਆ ਦੇ ਲਈ। we want engines for our jet fighters। ਠੀਕ ਹੈ, we need technology, ਜਿੱਦਾਂ ਆਪਾਂ ਪਹਿਲੇ ਗੱਲ ਕਰਕੇ ਹਟੇ, ਸੈਟੇਲਾਈਟ ਸਰਵੇਲੈਂਸ ਸਿਸਟਮ, ਸ਼ੋਰ, ਹੈ ਨਾ। ਫਿਰ ਕਿੰਨੇ ਹੀ ਜਿਹੜੇ ਐਡਵਾਂਸ ਵੈਪਨਸ ਹੈ। ਐਂਡ ਵਾਟ ਅਮਰੀਕਾ ਨੀਡਸ ਕਿ ਇੱਕ ਡੈਮੋਕ੍ਰੈਟਿਕ ਮੁਲਕ ਹੋਵੇ ਔਰ ਖਤਰਾ ਨਾ ਹੋਵੇ, ਅਮਰੀਕਾ ਨੂੰ ਖਤਰਾ ਨਾ ਦੇਵੇ। ਠੀਕ ਹੈ। ਔਰ ਅਗਰ ਸਾਡਾ ਕੰਪੈਰੀਜ਼ਨ ਕੀਤਾ ਜਾਵੇ, ਹਾਲਾਂਕਿ ਕੰਪੈਰੀਜ਼ਨ ਹੋ ਨਹੀਂ ਸਕਦਾ, ਫਿਰ ਵੀ ਜੇ ਅਗਰ ਅਸੀਂ ਕਰਨਾ ਵੀ ਚਾਹੀਏ, ਅਗਰ ਚਾਈਨਾ ਤੇ ਇੰਡੀਆ ਦਾ ਅਸੀਂ ਕੰਪੈਰੀਜ਼ਨ ਕਰੀਏ, ਸਾਡੀ ਜਿਹੜੀ ਸੌਫਟ ਪਾਵਰ ਹੈ ਇਜ਼ ਵੈਰੀ ਵੈਰੀ ਹਿਊਜ ਹਾਈ। ਕਿਉਂਕਿ ਸੌਫਟ ਪਾਵਰ ਆਪਣਾ ਇੱਕ ਰੋਲ ਪਲੇ ਕਰਦੀ ਹੈ, ਜਿਹਦੇ 'ਚ ਸਾਡਾ ਕਲਚਰ, ਸਾਡਾ ਸਿਨੇਮਾ, ਸਾਡਾ ਖਾਣਾ ਪੀਣਾ, ਸਾਡੀ ਡਰੈਸ ਸੈਂਸ, ਹਰ ਚੀਜ਼, ਮਿਊਜ਼ਿਕ, ਇਹ ਚੀਜ਼ ਇਸਤੇਮਾਲ ਹੁੰਦਾ ਹੈ। ਔਰ ਇਹਦੇ ਬੇਸ ਦੇ ਉੱਤੇ, ਇਹਦੇ ਤੋਂ ਇਲਾਵਾ ਸੌਫਟ ਪਾਵਰ ਦਾ ਜਿਹੜਾ ਸਭ ਤੋਂ ਵੱਡਾ ਕੰਪੋਨੈਂਟ ਹੈ, ਆਵਰ ਸੋਸ਼ਲ ਰੀਚ ਆਊਟ, ਆਵਰ ਹੈਲਪਿੰਗ ਹੈਂਡ। ਅਸੀਂ ਆਪਣੇ ਹੈਲਪਿੰਗ ਹੈਂਡਸ ਨੂੰ ਐਕਸਟੈਂਡ ਕਰਦੇ ਹਾਂ। ਵੀ ਆਰ ਵਿਦ ਦੀ ਵਰਲਡ, ਵੀ ਆਰ ਸਟੈਂਡਿੰਗ ਵਿਦ ਦੀ ਵਰਲਡ। ਅਸੀਂ ਇਹ ਤਾਂ ਦੇਖੋ ਨਾ, ਹੁਣ G20 ਦਾ ਜਿੰਨੀਆਂ ਵੀ ਮੀਟਿੰਗਸ ਹੋਈਆਂ, ਅਸੀਂ ਆਪਣੇ ਆਪ ਨੂੰ ਇੰਡੀਆ ਨਹੀਂ, ਅਸੀਂ ਆਪਣੇ ਐਜ਼ ਅ ਪਾਵਰ ਨਹੀਂ ਪ੍ਰੋਜੈਕਟ ਕਰ ਰਹੇ। ਵੀ ਆਰ ਸੇਇੰਗ ਵੀ ਆਰ ਦੀ ਵੌਇਸ ਆਫ ਗਲੋਬਲ ਸਾਊਥ। ਇਹ ਵੀ ਇੱਕ ਸੌਫਟ ਪਾਵਰ ਦਾ ਇੱਕ ਬੜਾ ਹੀ ਵੱਡਾ ਕੰਪੋਨੈਂਟ ਹੈ। ਜੋ ਤੁਸੀਂ ਕਹਿ ਰਹੇ ਹੋ, ਇਹ ਤਾਂ ਬੇਸ ਹੈ, ਇਹ ਤਾਂ ਹੈ ਹੀ ਹੈ। ਸੋ ਆਪਾਂ ਹੋਪ ਕਰਾਂਗੇ ਕਿ ਇਹ ਇੱਕ ਅੱਛਾ ਵਿਜ਼ਿਟ ਹੋਏਗਾ ਜੋ ਪੂਰੀ ਦੁਨੀਆ ਵਾਸਤੇ ਇੱਕ ਵਧੀਆ ਨਤੀਜਾ ਲੈ ਕੇ ਆਏਗਾ। ਔਰ ਜਿਸ ਤਰ੍ਹਾਂ ਫਿਰ ਅਮਰੀਕਨ ਐਕਸਪ੍ਰੈਸ਼ਨ, ਵਿਨ ਵਿਨ ਸਿਚੁਏਸ਼ਨ। ਸੋ ਚਾਈਨਾ ਨੂੰ ਵੀ ਕਿਸੇ ਤਰ੍ਹਾਂ ਨਾਲ ਸੋਝੀ ਆਣੀ ਚਾਹੀਦੀ ਆ ਕਿ ਸਟਾਪ ਡੂਇੰਗ ਦਿਸ। ਨਹੀਂ, ਚਾਈਨਾ ਜਿਹੜਾ ਨਾ, ਚਾਈਨਾ ਨੂੰ ਸਭ ਪਤਾ ਹੋ ਰਿਹਾ, ਔਰ ਚਾਈਨਾ ਨੂੰ ਪਤਾ ਵੀ ਸੀ ਕਿ ਇਦਾਂ ਹੋਏਗਾ। ਕਿਤੇ ਨਾ ਕਿਤੇ ਉਹ ਵੀ ਪ੍ਰਿਪੇਅਰਡ ਇਸ ਚੀਜ਼ ਲਈ। ਬਟ ਦੇ ਆਰ ਸੋ ਸਮਾਰਟ। ਐਂਡ ਐਕਚੁਅਲੀ ਨਾ ਗੱਲ ਪਤਾ ਕੀ ਹੈ, ਉਹਨਾਂ ਦੇ ਸਾਰੀ ਪਾਵਰ ਲੱਗੇ ਹੋਏ ਇੱਥੇ। ਦੇ ਆਰ ਡਿਕਟੇਟਰਸ਼ਿਪ ਕੰਟਰੀ, ਉਹਨਾਂ ਦੇ ਘਰ ਕੋਈ ਪ੍ਰੋਬਲਮ ਨਹੀਂ, ਘਰ ਸਾਰਾ ਕੁਝ ਮਸਲੇ ਹੱਲ ਨੇ।
ਹਨਾ ਸਾਰੀ એનર્ਜੀ ਉਹਨਾਂ ਨੇ ਇੱਥੇ ਲਾਈ ਹੋਈ ਹੈ Okay. ਇਹਦਾ ਕਾਊਂਟਰ ਉਹ ਵੀ ਕੁਝ ਨਾ ਕੁਝ ਕੱਢਣਗੇ, ਇਦਾਂ ਦੀ ਗੱਲ ਨਹੀਂ ਹੈ। ਉਹ ਕਾਊਂਟਰ ਹੋ ਹੀ ਰਿਹਾ, ਰਸ਼ੀਆ ਐਂਡ ਚਾਈਨਾ ਉਹਨਾਂ ਦਾ ਇੱਕ ਐਕਸਿਸ ਡਿਵੈਲਪ ਹੋ ਹੀ ਰਿਹਾ। ਸੋ ਆਈ ਹੋਪ ਕਿ ਇੱਕ ਅੱਛਾ ਰਿਜ਼ਲਟ ਆਏਗਾ ਐਂਡ ਪੋਜ਼ਿਟਿਵ ਰਿਜ਼ਲਟ ਆਏਗਾ। ਥੈਂਕ ਯੂ ਸੋ ਮਚ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਐਨਲਾਈਟਨ ਕੀਤਾ ਹੈ ਸਾਨੂੰ ਸਾਰਿਆਂ ਨੂੰ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਥੈਂਕ ਯੂ ਮੈਮ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।